ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪਹਿਲਾ। ਕੁਚਜੀ ਇਕ ਓੰਕਾਰ ਸਤਿਗੁਰ ਪ੍ਰਸਾਦ। ਮਨ ਕੁਚਜੀ ਅਮਾਵਣ ਡੋਸੜੇ। ਹਾਂ ਕਿਉ ਸਹੁ ਰਾਵਣ ਜਾਉ ਜਿਉ। ਇਕ ਦੂ ਇਕ ਚੜ੍ਹੰਦੀਆਂ ਕੌਣ ਜਾਣੈ ਮੇਰਾ ਨਾਉ ਜਿਉ। ਮਨ ਕੁਚਜੀ ਅਮਾਵਣ ਡੋਸੜੇ। ਹਾਂ ਕਿਉ ਸਹੁ ਰਾਵਣ ਜਾਉ ਜਿਉ। ਇਕ ਦੂ ਇਕ ਚੜ੍ਹੰਦੀਆਂ ਕੌਣ ਜਾਣੈ ਮੇਰਾ ਨਾਉ ਜਿਉ। ਜਿਨੀ ਸਖੀ ਸਹੁਰਾਵਿਆ ਸੇ ਅੰਬੀ ਸਾਵੜੀਏ ਜਿਉ। ਸੇ ਗੁਣ ਮੰਝ ਨਾ ਆਵਨੀ। ਹਾਂ ਕੈ ਜੀ ਦੋਸ ਧਰਿਓ ਜਿਉ। ਕਿਆ ਗੁਣ ਤੇਰੇ ਵਿਥਰਾ। ਹਾਂ ਕਿਆ ਕਿਆ ਕਿੰਨਾ ਤੇਰਾ ਨਾਉ ਜਿਉ। ਇਕਤ ਟੋਲ ਨਾ ਅੰਬੜਾ। ਹਾਂ ਸਦ ਕੁਰਬਾਨ ਤੇਰੇ ਜਾਉ ਜਿਉ। ਸੋਇਨਾ ਰੂਪਾ ਰੰਗੋਲਾ ਮੋਤੀ ਤੈ ਮਾਣਕ ਜਿਉ। ਸੇ ਵਸਤੂ ਸ਼ਹ ਦਿੱਤੀਆ ਮੈਂ ਤਿਨ ਸਿਉ ਲਾਇਆ ਚਿਤ ਜਿਉ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਉ। ਹਾਂ ਏਨੀ ਟੋਲੀ ਭੁੱਲੀ ਅਸ ਤਿਸ ਕੰਤ ਨਾ ਬੈਠੀ ਪਾਸ ਜਿਉ। ਅੰਬਰ ਕੂੰਜਾਂ ਕੁਰਲੀਆਂ ਬੱਗ ਬਹਿਠੇ ਆਏ ਜਿਉ। ਸਾ ਤਨ ਚੱਲੀ ਸਾਹੁਰੈ ਕਿਆ ਮੋਹ ਦੇਸੀ ਅੱਗੇ ਜਾਏ ਜਿਉ। ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀ ਆਸ ਜਿਉ।
ਸ਼ਹਿ ਨਾਲੋਂ ਮੁਤੀਅਸ ਦੁੱਖਾਂ ਕੂ ਧਰੀ ਆਸ ਜੀਓ ਤੁਧ ਗੁਣ ਮੈਂ ਸਭ ਅਵਗਣਾ ਇਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀਓ ਤੁਧ ਗੁਣ ਮੈਂ ਸਭ ਅਵਗਣਾ ਇਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਮਹੱਲਾ ਪਹਿਲਾ ਕੁਚਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਨ ਕੁਚਜੀ ਅਮਾਵਣ ਡੋਸੜੇ ਹਉ ਕਿਉ ਸਹੁ ਰਾਵਣ ਜਾਉ ਜਿਉ। ਇੱਕ ਦੂ ਇੱਕ ਚੜ੍ਹੰਦੀਆਂ ਕੌਣ ਜਾਣੈ ਮੇਰਾ ਨਾਉ ਜਿਉ। ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਅਮੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਬੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰਹਿ ਖੋਵੈ। ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖਤੋਵੈ। ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਵਤੁਖ ਸਮਦੀ ਨੂਰ ਅਰਸੋਂ ਕੁਰਸੋਂ ਝੱਟੀਐ। ਤੁਧ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ।
ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪਹਿਲਾ ਕੁਚਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਮੰਝ ਕੁਚਜੀ ਅਮਾਵਨ ਡੋਸੜੇ। ਹੋ ਕਿਉ ਸਹੁਰਾਵਨ ਜਾਓ ਜੀਓ। ਇਕ ਦੋ ਇਕ ਚੜੰਦੀਆ ਕੌਣ ਜਾਣੈ ਮੇਰਾ ਨਾਉ ਜੀਓ। ਮੰਝ ਕੁਚਜੀ ਅਮਾਵਨ ਡੋਸੜੇ। ਹਉ ਕਿਉ ਸਹੁਰਾਵਨ ਜਾਓ ਜੀਓ। ਇਕ ਦੋ ਇਕ ਚੜੰਦੀਆ ਕੌਣ ਜਾਣੈ ਮੇਰਾ ਨਾਉ ਜੀਓ। ਜਿਨੀ ਸਖੀ ਸਹੁਰਾਵਿਆ ਸੇ ਅੰਬੀ ਛਾਵੜੀਏ ਜੀਓ। ਸੇ ਗੁਣ ਮੰਨ ਨ ਆਵਨੀ। ਹਉ ਕੈ ਜੀ ਦੋਸ ਧਰਿਓ ਜੀਓ। ਕਿਆ ਗੁਣ ਤੇਰੇ ਵਿਥਰਾ। ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ। ਇਕ ਟੋਲ ਨਾ ਅੰਬੜਾ। ਹਉ ਸਦ ਕੁਰਬਾਨ ਤੇਰਾ ਜਾਓ ਜੀਓ। ਸੋਇਨਾ ਰੂਪਾ ਰੰਗੁਲਾ ਮੋਤੀ ਤਾ ਮਾਨਕ ਜੀਓ। ਸੇ ਵਸਤੂ ਸਹ ਦਿੱਤੀਆ ਮੈਂ ਤਿਨ ਸਿਉ ਲਾਇਆ ਚਿਤ ਜੀਓ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਹਉ ਇਨੀ ਟੋਲੀ ਭੁੱਲੀ ਅਸ ਤਿਸ ਕੰਤ ਨ ਬੈਠੀ ਪਾਸ ਜੀਓ। ਅੰਬਰ ਕੁੰਜਾ ਕੁਰਲੀਆ ਬਗ ਬੈਠੇ ਆਏ ਜੀਓ। ਸਾ ਧਨ ਚੱਲੀ ਸਾਹੁਰੈ ਕਿਆ ਮੋਹ ਦੇਸੀ ਅੱਗੇ। ਭੁੱਲੀ ਵਾਟੜੀ ਆਸ ਜੀਓ। ਤਾ ਸਹ ਨਾਲੋਂ ਮੁੱਤੀ ਅਸ ਦੁੱਖਾਂ ਕੋ ਧਰਿਆਸ ਜੀਓ। ਤੋਦ ਗੁਣ ਮੈਂ ਸਭ ਅਵਗਨਾ। ਇਕ ਨਾਨਕ ਕੀ ਅਰਦਾਸ ਜੀਓ। ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀਓ। ਤੋਦ ਗੁਣ ਮੈਂ ਸਭ ਅਵਗਨਾ। ਇਕ ਨਾਨਕ ਕੀ ਅਰਦਾਸ ਜੀਓ। ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਰਬ ਸੁੱਖਾਂ ਦੇ ਦਾਤੇ ਸਤਿਗੁਰੂ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਜਹਰਾ ਜਹੂਰ ਅਤੇ ਹਾਜ਼ਰਾ ਹਜੂਰ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਇਮਾਨ ਮਹਾਨ ਇਤਿਹਾਸਕ ਸਥਾਨ ਦੀਵਾਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਅਸਥਾਨ ਦੇ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਅੰਮ੍ਰਿਤ ਵੇਲੇ ਪਵਿੱਤਰ ਮੁਖ ਵਾਕ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਜਿੱਥੇ ਆਪ ਇਸ ਸਥਾਨ ਤੇ ਗੁਰੂ ਹਜ਼ੂਰੀ ਵਿੱਚ ਜੁੜ ਬੈਠੇ ਹੋ, ਦੇਸਾਂ ਪ੍ਰਦੇਸਾਂ 'ਚ ਬੇਅੰਤ ਗੁਰੂ ਕੇ ਪਿਆਰੇ ਬੜੇ ਚਾਅ ਦੇ ਨਾਲ ਇਸ ਪਵਿੱਤਰ ਮੁਖ ਵਾਕ ਨੂੰ ਸਰਵਣ ਕਰਨ ਲਈ ਜੁੜੇ ਬੈਠੇ ਨੇ। ਅੱਜ ਦਾ ਇਹ ਪਵਿੱਤਰ ਮੁਖ ਵਾਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਹੈ, ਜੋ ਮਾਨਯੋਗ ਭਾਈ ਸਾਹਿਬ ਜੀ ਦੀ ਰਚਨਾ ਤੋਂ ਆਪ ਜੀ ਸਰਵਣ ਕਰ ਰਹੀ ਸੀ। ਸੂਹੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਇਹ ਪਾਵਨ ਅਮੋਲ ਬਚਨ, ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 762 ਤੇ ਕੁਚੱਜੀ ਦੇ ਸਿਰਲੇਖ ਹੇਠ ਅੰਕਿਤ ਹਨ। ਵਾਹਿਗੁਰੂ ਜੀ ਨੇ ਸਾਨੂੰ ਮਹਾਨ ਉੱਤਮ ਮਨੁੱਖਾ ਦੀ ਹੀ ਬਖਸ਼ਿਸ਼ ਕੀਤੀ ਹੈ। ਜਿੰਦੀ ਜ਼ਿੰਦਗੀ ਮਹਾਨ ਹੈ, ਉਹਨਾਂ ਜ਼ਿੰਦਗੀ ਦਾ ਮਨੋਰਥ ਬੜਾ ਉੱਚਾ ਹੈ। ਜ਼ਿੰਦਗੀ ਦਾ ਮਕਸਦ ਹੈ ਪਰਮ ਆਨੰਦ ਵਿੱਚ ਲਿਵਲੀਨ ਹੋਣਾ, ਪਰਮਾਤਮਾ 'ਚ ਅਭੇਦ ਹੋਣਾ। ਪਰ ਜਦੋਂ ਅਸੀਂ ਜਗਤ ਵਿੱਚ ਨਜ਼ਰ ਮਾਰਦੇ ਹਾਂ, ਇਹ ਮਨੁੱਖ ਨੂੰ ਅਸੀਂ ਕਹਿੰਦੇ ਭਾਵੇਂ 84 ਲੱਖ ਜੂਨਾਂ ਦਾ ਸਰਦਾਰ ਹਾਂ, ਸਤਿਪੁਰਖਾਂ ਨੇ ਇਹਨੂੰ ਧਰਤੀ ਦਾ ਮਾਲਕ, ਧਰਤੀ ਦਾ ਰਾਜਾ ਕਿਹਾ। ਅਰੇ ਧਰਤੀ ਦਾ ਰਾਜਾ ਪਰੇਸ਼ਾਨ ਹੀ ਬੜਾ ਹੈ, ਦੁੱਖਾਂ 'ਚ ਘਿਰਿਆ ਹੋਇਆ, ਖਾਸ ਕਰਕੇ ਜਿਸ ਦੌਰ 'ਚ ਅੱਜ ਆਪਾਂ ਗੁਜ਼ਰ ਗਏ ਹਾਂ। ਵੈਸੇ ਤਾਂ ਮਨੁੱਖ ਦੀ ਜ਼ਿੰਦਗੀ ਦਾ ਕੋਈ ਵੀ ਸਮਾਂ ਤੁਸੀਂ ਦੇਖੋ, ਮਨੁੱਖ ਅੰਦਰੋਂ ਡਰਿਆ ਹੁੰਦਾ ਹੈ, ਮਨੁੱਖ ਅੰਦਰ ਸਹਿਮਿਆ ਹੁੰਦਾ ਹੈ। ਪਤਾ ਨਹੀਂ ਕਿੰਨੇ ਕੁ ਦੁੱਖ, ਕਿੰਨੀਆਂ ਰੁਕਾਵਟਾਂ ਸਾਡੀ ਜ਼ਿੰਦਗੀ ਵਿੱਚ ਆ ਕੇ ਸਾਨੂੰ ਰੋਕਦੀਆਂ ਨੇ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਕਿ ਸਾਨੂੰ ਜੀਉਣ ਦੀ ਜਾਂਚ ਨਹੀਂ ਆਈ। ਗੁਰੂ ਸਾਹਿਬ ਜੀ ਨੇ ਇੱਕ ਬਚਨ ਕਿਹਾ, ਇਹੋ ਜਗਤ ਮਮਤਾ ਮੂਆ, ਜੀਵਨ ਕੀ ਬਿਧ ਨਾਏ, ਗੁਰ ਕੇ ਭਾਣੇ ਜੇ ਚੱਲੇ ਤਾਂ ਜੀਵਨ ਪਦਵੀ ਪਾਏ। ਇਹ ਜੀਵ ਜਿਹੜਾ ਮੋਹ ਮਾਇਆ ਦੇ ਦੁੱਖਾਂ 'ਚ ਪੈ ਕੇ ਮਰ ਰਿਹਾ ਹੈ ਨਾ, ਇਹਦੇ ਕਾਰਨ ਇਹ ਹੈ ਕਿ ਇਹਨੂੰ ਜਿਉਣ ਦੀ ਜਾਂਚ ਨਹੀਂ ਹੈ। ਜੇ ਗੁਰੂ ਕੇ ਭਾਣੇ 'ਚ ਆ ਕੇ ਇਹ ਜੀਵਨ ਜਾਂਚ ਸਿੱਖ ਲਏ ਤੇ ਜ਼ਿੰਦਗੀ ਦੀ ਜੋ ਪਦਵੀ ਹੈ, ਜ਼ਿੰਦਗੀ ਦਾ ਜੋ ਸਿਖਰ ਹੈ, ਜ਼ਿੰਦਗੀ ਦਾ ਜੋ ਮਕਸਦ ਹੈ, ਉਸ ਨੂੰ ਇਹ ਮਾਣ ਸਕਦਾ ਹੈ। ਜੇ ਜਿਉਣ ਦੀ ਜਾਂਚ ਨਹੀਂ ਹੈ ਤੇ ਜ਼ਿੰਦਗੀ 'ਚ ਦੁੱਖ ਹੀ ਦੁੱਖ ਨੇ। ਅਕਸਰ ਆਪਾਂ ਕਹਿੰਦੇ ਅੱਜ ਕੱਲ੍ਹ ਇੱਕ ਗੱਲ ਚੱਲ ਰਹੀ ਕਿ ਜਿਹਦੀ ਇਮਿਊਨਿਟੀ ਤਗੜੀ ਹੈ ਨਾ, ਉਹਦੇ ਤੇ ਆ ਜੋ ਵਾਇਰਸ ਹੈ ਇਹਦਾ ਅਸਰ ਨਹੀਂ ਹੋਏਗਾ। ਗੱਲ ਕੱਲੀ ਇਸ ਵਾਇਰਸ ਦੀ ਨਹੀਂ ਹੈ। ਜੇ ਤੁਸੀਂ ਅੰਦਰੋਂ ਤਗੜੇ ਹੋ, ਤੁਹਾਡੀ ਇਮਿਊਨਿਟੀ ਤਗੜੀ, ਕੋਈ ਵੀ ਦੁੱਖ ਤੁਹਾਡੇ ਤੇ ਭਾਰੂ ਨਹੀਂ ਹੋ ਸਕਦਾ। ਤੁਸੀਂ ਦੁੱਖ ਵਿੱਚ ਵੀ ਸੁੱਖ ਨੂੰ ਮਨਾ ਸਕਦੇ ਹੋ। ਕੁਦਰਤ ਦਾ ਇੱਕ ਨੇਚਰ ਹੈ, ਪਰਮਾਤਮਾ ਨੇ ਜੋ ਇਹ ਜਿਹੜਾ ਯੂਨੀਵਰਸ ਬਣਾਇਆ, ਬ੍ਰਹਿਮੰਡ ਬਣਾਇਆ ਨਾ, ਇਹ ਕਿਸੇ ਕਾਨੂੰਨ ਦੇ ਅਧੀਨ ਚੱਲਦਾ ਹੈ, ਜਿਹਨੂੰ ਆਪਾਂ ਲਾਅ ਆਫ ਨੇਚਰ ਕਹਿੰਦੇ ਹਾਂ, ਲਾਅ ਆਫ ਐਨਰਜੀ। ਆਪਾਂ ਦੇਖਦੇ ਹਾਂ ਸੂਰਜ ਹੈ, ਸੂਰਜ ਦੀ ਐਨਰਜੀ ਦੇ ਨਾਲ ਇਹ ਜਗਤ ਦੇ ਵਿੱਚ ਹਰਿਆਵਲ ਹੈ, ਸਾਨੂੰ ਤਾਕਤ ਮਿਲਦੀ ਹੈ। ਇਸੇ ਤਰੀਕੇ ਦੇ ਨਾਲ ਬਿਜਲੀ ਹੈ, ਬਿਜਲੀ ਨੂੰ ਤੁਸੀਂ ਦੇਖ ਨਹੀਂ ਸਕਦੇ, ਬਿਜਲੀ ਨੂੰ ਤੁਸੀਂ ਫੜ ਨਹੀਂ ਸਕਦੇ, ਬਿਜਲੀ ਦਾ ਤੁਸੀਂ ਰੰਗ ਦੱਸ ਨਹੀਂ ਸਕਦੇ। ਪਰ ਬਿਜਲੀ ਤੋਂ ਅਸੀਂ ਕਿੰਨੇ ਕੰਮ ਲੈਂਦੇ ਹਾਂ, ਐਨਰਜੀ ਤੋਂ ਆਪਾਂ ਕਿੰਨੇ ਸੁੱਖ ਲੈਂਦੇ, ਪੱਖੇ ਚੱਲਦੇ ਨੇ, ਏਸੀ ਚੱਲਦੇ ਨੇ। ਬਿਲਕੁਲ ਇਸੇ ਤਰੀਕੇ ਦੇ ਨਾਲ ਪਰਮਾਤਮਾ ਨੇ ਇੱਕ ਸਾਨੂੰ ਸ਼ਕਤੀ ਦਿੱਤੀ, ਜਿਹਨੂੰ ਆਪਾਂ ਪ੍ਰਾਣ ਸ਼ਕਤੀ ਕਹਿੰਦੇ ਹਾਂ। ਉਸ ਪ੍ਰਾਣ ਸ਼ਕਤੀ ਦੇ ਨਾਲ ਅਸੀਂ ਚੱਲਦੇ ਫਿਰਦੇ ਹਾਂ। ਜਦੋਂ ਪਰਮਾਤਮਾ ਆਪਣੀ ਪ੍ਰਾਣ ਸ਼ਕਤੀ ਸਾਡੇ ਕੋਲੋਂ ਵਾਪਸ ਲੈ ਲੈਂਦਾ, ਫਿਰ ਸਭ ਮੁਰਦਾ ਗਿਣੇ ਜਾਂਦੇ ਹਾਂ। ਉਹ ਜਿਹੜੀ ਪ੍ਰਾਣ ਸ਼ਕਤੀ ਪਰਮਾਤਮਾ ਨੇ ਸਾਨੂੰ ਦਿੱਤੀ ਹੈ, ਜ਼ਿੰਦਗੀ 'ਚ ਉਹਨੂੰ ਤੁਸੀਂ ਵਧਾ ਸਕਦੇ ਹੋ, ਉਹਨੂੰ ਤੁਸੀਂ ਘਟਾ ਵੀ ਸਕਦੇ ਹੋ। ਜਦੋਂ ਜ਼ਿੰਦਗੀ 'ਚ ਅਸੀਂ ਪਰਮਾਤਮਾ ਨਾਲੋਂ ਟੁੱਟ ਕੇ, ਇਵੇਂ ਕਹਿ ਲਓ ਰੱਬ ਦੀ ਰਜ਼ਾ ਤੋਂ ਉਲਟ ਚੱਲ ਕੇ ਔਗੁਣਾਂ ਦੇ ਨਾਲ ਜੁੜਦੇ ਜਾਵਾਂਗੇ, ਤਿਉਂ ਤੋਂ ਤੁਸੀਂ ਅੰਦਰੋਂ ਕਮਜ਼ੋਰ ਹੁੰਦੇ ਜਾਓਗੇ, ਤਿਉਂ ਤੋਂ ਰੋਗ ਤੁਹਾਡੇ ਤੇ, ਨਿੱਕੀਆਂ ਨਿੱਕੀਆਂ ਮੁਸ਼ਕਲਾਂ ਵੀ ਤੁਹਾਨੂੰ ਵੱਡੀਆਂ ਨਜ਼ਰ ਆਉਣਗੀਆਂ। ਜ਼ਿੰਦਗੀ ਦੇ ਅੰਦਰ ਅਨੇਕਾਂ ਵਿਪਤਾਵਾਂ ਨਜ਼ਰ ਆਉਣਗੀਆਂ। ਜਦੋਂ ਤੁਸੀਂ ਪਰਮਾਤਮਾ ਦੇ ਪਿਆਰ ਜੁੜ ਜਾਓਗੇ, ਉਦੋਂ ਤੁਸੀਂ ਅੰਦਰੋਂ ਸਟਰੋਂਗ ਹੁੰਦੇ ਜਾਓਗੇ, ਬਲਵਾਨ ਹੁੰਦੇ ਜਾਓਗੇ। ਇਸ ਕਰਕੇ ਉਸ ਹਰ ਮਨੁੱਖ ਜਿਹੜਾ ਹੈ ਨਾ,
ਉਹਦੀ ਜ਼ਿੰਦਗੀ 'ਚ ਹਰ ਰੋਜ਼ ਹਜ਼ਾਰਾਂ ਖਿਆਲ ਆਉਂਦੇ ਨੇ, ਥਾਟ ਆਉਂਦੇ ਨੇ। ਜੋ ਖਿਆਲ ਹੁੰਦੇ ਨੇ ਉਹਨਾਂ ਖਿਆਲਾਂ ਦੇ ਨਾਲ ਹੀ ਸਾਡੀ ਉਹ ਸ਼ਕਤੀ ਜਿਹੜੀ ਵੱਧਦੀ ਤੇ ਘਟਦੀ ਰਹਿੰਦੀ ਹੈ, ਜਿਹਨੂੰ ਆਪਾਂ ਇਮਿਊਨਿਟੀ ਵੀ ਕਹਿ ਸਕਦੇ ਹਾਂ। ਔਰ ਜੋ ਸਾਡੇ ਖਿਆਲ ਹੁੰਦੇ ਨੇ ਉਹਨਾਂ ਖਿਆਲਾਂ ਦੇ ਨਾਲ ਸਾਡਾ ਇੱਕ ਔਰਾ ਬਣਦਾ, ਜਿਹਨੂੰ ਆਪਾਂ ਮੰਡਲ ਕਹਿੰਦੇ, ਪ੍ਰਕਾਸ਼ ਚੱਕਰ ਬਣਦਾ। ਮਨੁੱਖ ਮਾੜੇ ਕੰਮ ਕਰੇਗਾ, ਉਹਦਾ ਪ੍ਰਕਾਸ਼ ਚੱਕਰ ਮਾੜਾ ਹੋਏਗਾ, ਕਮਜ਼ੋਰ ਹੋਏਗਾ, ਉਹਦੇ ਤੇ ਦੁੱਖ ਜਲਦੀ ਭਾਰੂ ਹੋ ਜਾਣਗੇ, ਉਹ ਦੁੱਖਾਂ ਦੇ ਅਧੀਨ ਹੋ ਜਾਏਗਾ, ਦੁਖੀ ਹੋ ਜਾਏਗਾ। ਜਿੰਨਾ ਮਨੁੱਖ ਵਧੀਆ ਥਾਟ ਲਿਆਏਗਾ, ਵਧੀਆ ਖਿਆਲ ਲਏਗਾ, ਵਧੀਆ ਕੰਮ ਕਰੇਗਾ, ਉਹਨਾਂ ਮਜ਼ਬੂਤ ਹੁੰਦਾ ਜਾਏਗਾ। ਤੁਸੀਂ ਕਦੀ ਰੱਬੀ ਪਿਆਰਿਆਂ ਦੀਆਂ ਤਸਵੀਰਾਂ ਦੇਖਦੇ, ਗੁਰੂ ਸਾਹਿਬ ਦੀਆਂ ਤਸਵੀਰਾਂ ਬਣਾਉਣ ਦਾ ਹੁਕਮ ਤਾਂ ਨਹੀਂ ਕੈਲੰਡਰਾਂ ਵਾਲਿਆਂ ਨੇ ਬਣਾਈਆਂ ਨੇ, ਹੋਰ ਅਵਤਾਰਾਂ ਦੀਆਂ, ਦੇਵੀ ਦੇਵਤਿਆਂ ਦੀਆਂ ਬਣਾਈਆਂ ਨੇ। ਉਹਨਾਂ ਦੇ ਦੁਆਲੇ ਇੱਕ ਨਾ ਚੱਕਰ ਜਿਹਾ ਹੁੰਦਾ, ਜਿਹਨੂੰ ਪ੍ਰਕਾਸ਼ ਚੱਕਰ ਕਹਿੰਦੇ ਨੇ, ਉਹਨੂੰ ਔਰਾ ਕਿਹਾ ਜਾਂਦਾ ਹੈ। ਰੱਬੀ ਪਿਆਰਿਆਂ ਦਾ ਜਿਹੜਾ ਔਰਾ ਇੰਨਾ ਤਗੜਾ ਹੁੰਦਾ, ਪ੍ਰਕਾਸ਼ ਹੁੰਦਾ, ਉਹ ਜਿੱਥੇ ਜਾਂਦੇ ਨੇ ਪ੍ਰਕਾਸ਼ ਕਰਦੇ ਨੇ। ਹਰ ਮਨੁੱਖ ਦੇ ਦੁਆਲੇ ਨਹੀਂ ਹੁੰਦਾ, ਕਿਉਂਕਿ ਅਸੀਂ ਉਹਨੂੰ ਕਮਜ਼ੋਰ ਕਰ ਬੈਠੇ। ਉਹਨੂੰ ਤਗੜਿਆਂ ਕਰਨ ਦਾ, ਉਹਨੂੰ ਮਜ਼ਬੂਤ ਕਰਨ ਦਾ ਇੱਕ ਤਰੀਕਾ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤਾ। ਉਹ ਤਰੀਕਾ ਕੀ ਹੈ? ਤੁਹਾਡੀ ਜ਼ਿੰਦਗੀ 'ਚ ਵਿਚਾਰ ਵਧੀਆ ਹੋਣ। ਉਹ ਤਰੀਕਾ ਕੀ ਹੈ? ਜ਼ਿੰਦਗੀ ਤੁਸੀਂ ਪਰਉਪਕਾਰ ਕਰੋ। ਸਾਡਾ 3 ਤਰ੍ਹਾਂ ਦਾ ਜੀਵਨ ਹੈ, ਇਵੇਂ ਕਹਿ ਲਓ ਜੀਵਨ ਦੇ 3 ਲੈਵਲ ਨੇ, 3 ਪੱਧਰ ਨੇ। ਸਾਡਾ ਇੱਕ ਆਤਮਿਕ ਜੀਵਨ ਹੈ, ਸਾਡਾ ਇੱਕ ਸਰੀਰਕ ਜੀਵਨ ਹੈ, ਸਾਡਾ ਇੱਕ ਸਮਾਜਿਕ ਜੀਵਨ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਤਿੰਨਾਂ ਪੱਖ ਤੋਂ ਮਜ਼ਬੂਤ ਹੋਣ ਦੇ ਲਈ ਇੱਕ ਬੜੀ ਸੋਹਣੀ ਦਾਤ ਦਿੱਤੀ ਹੈ, ਉਹ ਹੈ ਨਾਮ, ਦਾਨ, ਇਸ਼ਨਾਨ। ਜਦੋਂ ਤੁਸੀਂ ਪਰਮਾਤਮਾ ਦੇ ਸਿਮਰਨ ਜੁੜੋਗੇ, ਅੰਮ੍ਰਿਤ ਵੇਲੇ ਕੇ ਵਾਹਿਗੁਰੂ ਜੀ ਦੀ ਬੰਦਗੀ 'ਚ ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜੋਗੇ, ਤੁਸੀਂ ਅੰਦਰੋਂ ਪਿਓਰ ਹੁੰਦੇ ਜਾਓਗੇ, ਅੰਦਰੋਂ ਪਵਿੱਤਰ ਹੁੰਦੇ ਜਾਓਗੇ। ਜਿੰਨੇ ਤੁਸੀਂ ਅੰਦਰੋਂ ਪਵਿੱਤਰ ਹੋਵੋਗੇ, ਉਹਨੇ ਵਿਚਾਰ ਤੁਹਾਡੇ ਵਧੀਆ ਬਣਦੇ ਜਾਣਗੇ, ਥਾਟ ਤੁਹਾਡੇ ਵਧੀਆ ਹੁੰਦੇ ਜਾਣਗੇ, ਉਹਨੇ ਤੁਹਾਡੇ ਥਾਟ ਨਿਰਮਲ ਹੋਣਗੇ, ਉਹਨਾਂ ਤੁਹਾਡਾ ਔਰਾ ਜਿਹੜਾ ਉਹ ਤਗੜਾ ਹੁੰਦਾ ਚਲਿਆ ਜਾਏਗਾ। ਜਿੰਨੇ ਤੁਸੀਂ ਅੰਦਰੋਂ ਪਵਿੱਤਰ ਹੋਵੋਗੇ, ਉਹਨਾਂ ਤੁਸੀਂ ਕਦੀ ਕਿਸੇ ਦਾ ਦਿਲ ਨਹੀਂ ਦਿਖਾਓਗੇ, ਕਿਸੇ ਦਾ ਹੱਕ ਨਹੀਂ ਮਾਰੋਗੇ। ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਆਤਮਿਕ ਤੌਰ ਤੇ ਬਲਵਾਨ ਹੋਣ ਦੇ ਲਈ ਦਾਤ ਦਿੱਤੀ ਹੈ ਨਾਮ, ਕਿ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਸਿਮਰਨ ਕਰੋ, ਵਾਹਿਗੁਰੂ ਜੀ ਦੀ ਬੰਦਗੀ ਕਰੋ, ਉੱਠਦਿਆਂ ਬੈਠਦਿਆਂ ਉਸ ਪ੍ਰਮਾਤਮਾ ਨੂੰ ਚਿੱਤੇ ਰੱਖੋ। ਨਾਮ ਜਪਣ ਨਾਲ ਆਤਮਿਕ ਤੌਰ ਤੇ ਅਸੀਂ ਉੱਚੇ ਉੱਠਦੇ ਹਾਂ, ਬਲਵਾਨ ਹੁੰਦੇ ਹਾਂ, ਪਵਿੱਤਰ ਹੁੰਦੇ ਹਾਂ। ਪਰ ਜਦੋਂ ਨਾਮ ਨਾਲੋਂ ਟੁੱਟਦੇ ਅੰਦਰ ਕੀ ਆਪੇਗਾ? ਬੁਰੀਆਂ ਗੱਲਾਂ ਹੋਣਗੀਆਂ, ਮਾੜੀਆਂ ਗੱਲਾਂ ਹੋਣਗੀਆਂ। ਜਿੰਨੇ ਔਗਣ ਨੇ ਉਹਨੇ ਤੁਸੀਂ ਬੰਧਨਾਂ 'ਚ ਫਸਦੇ ਜਾਓਗੇ, ਜਿੰਨੇ ਔਗਣ ਨੇ ਉਹਨੇ ਤੁਸੀਂ ਕਮਜ਼ੋਰ ਹੁੰਦੇ ਚਲੇ ਜਾਓਗੇ। ਦੇਖ ਲਓ, ਇੱਕ ਗਲਤੀ ਕਰ ਲਈਏ ਨਾ, ਭਾਵੇਂ ਕਿਸੇ ਨੂੰ ਪਤਾ ਨਹੀਂ, ਅਸੀਂ ਅੰਦਰ ਸਾਡੀ ਹੀਣ ਭਾਵਨਾ ਜੀ ਭਰ ਜਾਂਦੀ, ਅੰਦਰੋਂ ਕਮਜ਼ੋਰ ਹੋ ਜਾਂਦੇ ਹਾਂ। ਇੱਕ ਚੰਗਾ ਕੰਮ ਕਰ ਲਈ, ਅੰਦਰ ਇੱਕ ਸਵੈਮਾਨ ਪੈਦਾ ਹੁੰਦਾ ਹੈ, ਅੰਦਰ ਸਾਡੇ ਇੱਕ ਨਾ ਆਤਮ ਸਨਮਾਨ ਪੈਦਾ ਹੁੰਦਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਕਿ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਸਿਮਰਨ ਕਰੋ, ਨਾਮ ਦੇ ਨਾਲ ਜੁੜੋ, ਵਾਹਿਗੁਰੂ ਜੀ ਦੀ ਬੰਦਗੀ ਕਰੋ, ਉੱਠਦਿਆਂ ਪੈਰਦਿਆਂ ਉਸ ਪ੍ਰਮਾਤਮਾ ਨੂੰ ਚੇਤੇ ਰੱਖੋ। ਅਗਲੀ ਗੱਲ ਹੈ ਇਸ਼ਨਾਨ। ਇਸ਼ਨਾਨ ਦਾ ਅਰਥ ਕੇਵਲ ਅੰਮ੍ਰਿਤ ਵੇਲੇ ਉੱਠ ਕੇ ਸਰੀਰਕ ਤੌਰ ਤੇ ਨਹਾਉਣ ਤੋਂ ਨਹੀਂ ਹੈ। ਦੇਖੋ, ਅੰਮ੍ਰਿਤ ਵੇਲੇ ਉੱਠ ਕੇ ਜਿੱਥੇ ਸਰੀਰਕ ਤੌਰ ਤੇ ਇਸ਼ਨਾਨ ਕਰਨਾ ਹੈ, ਉੱਥੇ ਸੁਰਤ ਨੂੰ ਗੁਰਬਾਣੀ ਦੇ ਰਾਹੀਂ ਪਵਿੱਤਰ ਕਰਨਾ ਹੈ, ਸੁਰਤ ਨੂੰ ਗੁਰਬਾਣੀ 'ਚ ਇਸ਼ਨਾਨ ਕਰਾਉਣਾ ਹੈ। ਇਸ਼ਨਾਨ ਦਾ ਅਰਥ ਬੜਾ ਵਿਸਥਾਰ ਵਿੱਚ ਹੈ। ਆਪਣੇ ਆਚਾਰ ਨੂੰ, ਆਪਣੀ ਵਿਚਾਰ ਨੂੰ, ਆਪਣੇ ਕਿਰਦਾਰ ਨੂੰ, ਆਪਣੇ ਆਹਾਰ ਨੂੰ ਮੈਲ ਤੋਂ ਰਹਿਤ ਰੱਖਣਾ, ਇਹਨੂੰ ਇਸ਼ਨਾਨ ਕਿਹਾ ਜਾਂਦਾ ਹੈ। ਪਰਮਾਤਮਾ ਦੇ ਪਿਆਰ ਜੁੜ ਕੇ ਆਪਣਾ ਆਚਾਰ, ਆਪਣਾ ਵਿਹਾਰ, ਆਪਣੀ ਵਿਚਾਰ, ਆਪਣਾ ਆਹਾਰ, ਆਪਣਾ ਕਿਰਦਾਰ ਪਵਿੱਤਰ ਰੱਖਣਾ, ਇਹ ਇਸ਼ਨਾਨ ਹੈ। ਜਦੋਂ ਤੁਸੀਂ ਇਸ਼ਨਾਨ ਨਾਲ ਜੁੜੋਗੇ, ਤੁਹਾਡਾ ਸਰੀਰਕ ਜੀਵਨ ਜਿਹੜਾ ਉਹ ਤੰਦਰੁਸਤ ਹੋਏਗਾ। ਬਾਹਰੀ ਤੌਰ ਤੇ ਇਸ਼ਨਾਨ ਵੀ ਅਸੀਂ ਤੰਦਰੁਸਤੀ ਲਈ ਕਰਦੇ ਹਾਂ, ਉਹ ਜ਼ਰੂਰੀ ਹੈ ਸਫਾਈ ਦੇ ਲਈ, ਸਫਾਈ ਦੇ ਨਾਲ ਤੰਦਰੁਸਤੀ ਮਿਲਦੀ ਹੈ। ਲੇਕਿਨ ਤੰਦਰੁਸਤੀ ਕੇਵਲ ਬਾਹਰਲੇ ਇਸ਼ਨਾਨ ਨਾਲ ਨਹੀਂ ਹੈ। ਤੰਦਰੁਸਤੀ ਤਾਂ ਵੀ ਆਏਗੀ ਜਦੋਂ ਤੁਹਾਡਾ ਕਿਰਦਾਰ ਵਧੀਆ ਹੋਏਗਾ, ਜਦੋਂ ਤੁਹਾਡਾ ਵਿਚਾਰ ਵਧੀਆ ਹੋਏਗਾ, ਜਦੋਂ ਤੁਹਾਡਾ ਆਹਾਰ ਵਧੀਆ ਹੋਏਗਾ। ਅੱਜ ਸਾਡੀ ਜ਼ਿੰਦਗੀ 'ਚ ਬਹੁਤੇ ਰੋਗਾਂ ਦਾ ਕਾਰਨ ਸਾਡੇ ਵਿਚਾਰ ਨੇ। ਡਾਕਟਰ ਕੋਲ ਜਾਵਾਂਗੇ, ਡਾਕਟਰ ਸਾਹਿਬ ਕਹਿਣਗੇ ਤੂੰ ਚਿੰਤਾ ਬੜੀ ਕਰਦਾ ਹੈ, ਤੂੰ ਸੋਚਦਾ ਬੜਾ ਹੈ, ਤੇਰਾ ਬਲੱਡ ਪ੍ਰੈਸ਼ਰ ਤਾਂ ਵੱਧਦਾ ਹੈ। ਇਹਦਾ ਮਤਲਬ ਵਿਚਾਰ ਮਾੜੇ ਹੋਏ, ਸਾਡਾ ਸਰੀਰ ਰੋਗੀ ਹੋ ਗਿਆ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬੜੀ ਮਨੋਵਿਗਿਆਨ ਗੱਲ ਕਹੀ ਹੈ। ਕਹਿਣ ਲੱਗੇ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕਿਛ ਪਾਏ। ਉਹ ਬੰਦਿਆ, ਬੁਰਿਆਂ ਦਾ ਵੀ ਭਲਾ ਕਰਿਆ ਕਰ, ਤੈਨੂੰ ਰੋਗ ਹੀ ਕੋਈ ਨਹੀਂ ਲੱਗੇਗਾ। ਕੋਈ ਪੁੱਛੇਗਾ ਕਿ ਬੁਰਿਆਂ ਦਾ ਭਲਾ ਕਰਨ ਦੇ ਨਾਲ ਸਰੀਰ ਦੇ ਰੋਗਾਂ ਦਾ ਕੀ ਸੰਬੰਧ ਹੈ? ਜਦੋਂ ਤੁਸੀਂ ਕਿਸੇ ਦਾ ਬੁਰਾ ਕਰਦੇ ਹੋ, ਤੁਹਾਡੇ ਮਨ 'ਚ ਚਿੰਤਾ ਆਉਂਦੀ ਹੈ, ਤੁਹਾਡੇ ਅੰਦਰੋਂ ਉਹ ਸ਼ਕਤੀ ਕਮਜ਼ੋਰ ਹੁੰਦੀ ਹੈ, ਉਦੋਂ ਤੁਸੀਂ ਰੋਗਾਂ ਝਗੜਦੇ ਚਲੇ ਜਾਂਦੇ ਹੋ। ਰੋਗ ਪਹਿਲਾਂ ਮਨ ਵਿੱਚ ਆਉਂਦਾ ਹੈ। ਜਿਵੇਂ ਧਰਤੀ 'ਚ ਬੀਜ ਲੁਕਿਆ ਹੁੰਦਾ, ਨਜ਼ਰ ਨਹੀਂ ਆਉਂਦਾ, ਜਦੋਂ ਉੱਗਦਾ ਬੂਟਾ ਫਿਰ ਪਤਾ ਲੱਗਦਾ ਹੈ। ਐਵੇਂ ਸਭ ਤੋਂ ਪਹਿਲਾਂ ਰੋਗ ਸਾਡੇ ਮਨ ਵਿੱਚ ਆਉਂਦਾ ਹੈ। ਮਨ 'ਚ ਬੁਰੇ ਖਿਆਲ ਨੇ, ਮਨ 'ਚ ਈਰਖਾ ਹੈ, ਮਨ 'ਚ ਅਸੀਂ ਬੁਰਾਈਆਂ ਸੰਭੀ ਬੈਠੇ ਹਾਂ।
ਅੰਦਰੋਂ ਰੋਗੀ ਆ, ਸਰੀਰ ਤੇ ਰੋਗ ਆਏਗਾ ਆਏਗਾ, ਉਹਨੂੰ ਕੋਈ ਰੋਕ ਨਹੀਂ ਸਕੇਗਾ। ਜੇ ਸਰੀਰ ਤੇ ਰੋਗ ਆ ਗਿਆ, ਰੋਗ ਦਵਾਈਆਂ ਨਾਲ ਠੀਕ ਨਹੀਂ ਹੋਣੇ। ਦਵਾਈਆਂ ਵੀ ਜ਼ਰੂਰੀ ਨੇ, ਪਰ ਰੋਗਾਂ ਨੂੰ ਠੀਕ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਣੀ ਮਨੋ ਵਿਚਾਰਧਾਰਾ ਨੂੰ ਠੀਕ ਕਰਨ ਦੀ ਲੋੜ ਹੈ। ਸਤਿਗੁਰੂ ਜੀ ਕਹਿੰਦੇ ਇਸ਼ਨਾਨ ਦੇ ਨਾਲ ਤੁਸੀਂ ਸਰੀਰਕ ਤੌਰ ਤੇ ਤੰਦਰੁਸਤ ਹੋਗੇ। ਅਗਲੀ ਗੱਲ ਹੈ ਦਾਨ ਦਾ ਅਰਥ ਇਹ ਹੈ ਕਿ ਆਪ ਜ਼ਿੰਦਗੀ 'ਚ ਗਿਆਨਵਾਨ ਬਣ ਕੇ, ਗੁਣਵਾਨ ਬਣ ਕੇ, ਉੱਚੇ ਉੱਠ ਕੇ, ਧਨ ਕਰਕੇ, ਪਦਾਰਥ ਕਰਕੇ, ਫਿਰ ਉਹਨਾਂ ਲੋਕਾਂ ਨੂੰ ਜਿਹੜੇ ਪਛੜ ਕੇ ਨੇ ਉਹਨਾਂ ਨੂੰ ਅੱਗੇ ਵਧਾਉਣ ਦਾ ਯਤਨ ਕਰਨਾ। ਦਾਨ ਦਾ ਅਰਥ ਕੱਲਾ ਕੋ ਰੁਪਈਏ ਦੇਣ ਤੋਂ ਜਾਂ ਰੋਟੀ ਖਵਾਉਣ ਤੋਂ ਨਹੀਂ ਹੈ। ਤੁਸੀਂ ਦੇਖਦੇ ਨਹੀਂ ਆ ਫੋਟੋ ਖਿਚਾਉਣ ਲਈ ਇੱਕ ਹੱਥ 'ਚ ਰੋਟੀਆਂ ਫੜਾਈਆਂ, ਦੂਜੇ ਬੰਨੇ ਕੈਮਰਾ ਲੈ ਕੇ ਖੜੇ, ਕੋਈ ਦਾਨੀ ਨਹੀਂ ਹੈ, ਹੰਕਾਰੀ ਲੋਕ ਨੇ। ਇਹੋ ਜਿਹਾ ਦਾਨ ਸਾਨੂੰ ਸਾਡੇ ਸਤਿਗੁਰੂ ਜੀ ਨੇ ਨਹੀਂ ਦਿੱਤਾ, ਫੋਟੋਆਂ ਖਿਚਾਉਣ ਵਾਲਾ। ਦਾਨ ਦਾ ਅਰਥ ਹੈ ਕਿ ਹੱਥੋਂ ਦੇਣਾ ਆਪ ਜਣਾਇਆ, ਹੱਥੋਂ ਦੇ ਕੇ ਕਿਸੇ ਨੂੰ ਪਤਾ ਹੀ ਨਾ ਲੱਗੇ। ਦਾਨ ਦਾ ਅਰਥ ਕਿ ਉਹ ਕੰਮ, ਹਰ ਕੰਮ ਜਿਹਦੇ ਰਾਹੀਂ ਤੁਸੀਂ ਸਮਾਜ ਨੂੰ ਡਿਵੈਲਪ ਕਰਦੇ ਹੋ, ਉਹ ਕੰਮ ਜਿਹਦੇ ਰਾਹੀਂ ਲੋਕਾਂ ਦੇ ਅੰਦਰ ਜਿਉਣ ਦਾ ਚਾਅ ਪੈਦਾ ਹੁੰਦਾ ਹੈ, ਕਹਿੰਦੇ ਨੇ ਉਹਨੂੰ ਦਾਨ ਕਿਹਾ ਜਾਂਦਾ ਹੈ। ਮਹਾਤਮਾ ਗੌਤਮ ਬੁੱਧ ਜੀ ਦੇ ਕੋਲ ਇੱਕ ਵਿਅਕਤੀ ਆ ਗਿਆ, ਕਹਿਣ ਲੱਗਾ ਜੀ ਮੈਂ ਗਰੀਬ ਕਿਉਂ ਹੈ? ਕਹਿਣ ਲੱਗਾ ਤੂੰ ਕਦੀ ਕਿਸੇ ਨੂੰ ਦਿੱਤਾ ਹੀ ਕੁਝ ਨਹੀਂ, ਦਾਨ ਹੀ ਨਹੀਂ ਕੀਤਾ, ਗਰੀਬ ਤੂੰ ਤਾਂ ਹੈ। ਕਹਿੰਦਾ ਜੀ ਮੈਂ ਦੇਣਾ ਕਿ, ਮੈਂ ਤੇ ਗਰੀਬ ਹਾਂ, ਮੇਰੇ ਕੋਲ ਤੇ ਪੈਸਾ ਹੀ ਕੋਈ ਨਹੀਂ ਹੈ। ਉਹ ਕਹਿਣਗੇ ਪੈਸਾ ਹੀ ਕੋਈ ਦਾਨ ਨਹੀਂ ਹੁੰਦਾ, ਤੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੈ। ਤੈਨੂੰ ਰੱਬ ਨੇ ਸੋਹਣਾ ਚਿਹਰਾ ਦਿੱਤਾ ਹੈ, ਰੱਬ ਨੇ ਸੋਹਣਾ ਮੂੰਹ ਦਿੱਤਾ ਹੈ, ਰੱਬ ਨੇ ਸੋਹਣਾ ਦਿਲ ਦਿੱਤਾ ਹੈ, ਰੱਬ ਨੇ ਸੋਹਣਾ ਤੈਨੂੰ ਸਰੂਪ ਦਿੱਤਾ ਹੈ, ਸਰੀਰ ਦਿੱਤਾ ਹੈ, ਤੂੰ ਤੇ ਬਹੁਤ ਕੁਝ ਦੇ ਸਕਦਾ ਹੈ। ਹਰ ਬੰਦਾ ਬਹੁਤ ਅਮੀਰ ਹੈ। ਤੁਸੀਂ ਚਿਹਰੇ ਦੇ ਨਾਲ ਕਿਸੇ ਨੂੰ ਮੁਸਕਰਾਹਟ ਦੇ ਦਿਓ ਨਾ, ਉਹ ਦੇਖ ਕੇ ਖੁਸ਼ ਹੋ ਜਾਏਗਾ। ਤੁਸੀਂ ਮੁਖ ਤੋਂ ਕੁਝ ਮਿੱਠੇ ਬੋਲ ਬੋਲਦੇ ਹੋ, ਕਿਸੇ ਨੂੰ ਹੌਸਲਾ ਕਰਦੇ ਹੋ, ਕਿਸੇ ਨੂੰ ਐਪਰੀਸ਼ੀਏਟ ਕਰਦੇ ਹੋ, ਕਿਸੇ ਦੇ ਗੁਣਾਂ ਦੀ ਤਾਰੀਫ ਕਰਦੇ ਹੋ, ਉਹਦਾ ਮਨੋਬਲ ਵੱਧ ਜਾਏਗਾ, ਉਹਦੇ ਅੰਦਰ ਹੌਸਲਾ ਪੈਦਾ ਹੋ ਜਾਏਗਾ। ਤੁਹਾਨੂੰ ਵਾਹਿਗੁਰੂ ਜੀ ਨੇ ਇਹ ਸੋਹਣਾ ਸਰੀਰ ਦਿੱਤਾ ਹੈ, ਹੱਥਾਂ ਦੇ ਰਾਹੀਂ ਪਰਉਪਕਾਰ ਕਰਦੇ ਹੋ, ਹੱਥਾਂ ਦੇ ਰਾਹੀਂ ਤੁਸੀਂ ਕਿਸੇ ਦੀ ਸੇਵਾ ਕਰਦੇ ਹੋ, ਕਿਸੇ ਨੂੰ ਪੱਖਾ ਚੱਲਦੇ ਹੋ। ਇਵੇਂ ਕਹਿ ਲਓ ਕਿ ਨਿੱਕੇ ਨਿੱਕੇ ਕੰਮਾਂ ਦੇ ਨਾਲ ਬੁਝੇ ਹੋਏ ਦੀਵੇ ਜਗਾਏ ਜਾ ਸਕਦੇ ਨੇ। ਇਸ ਕਰਕੇ ਦਾਨ ਦਾ ਅਰਥ ਕੋਈ ਰੁਪਈਏ ਦੇਣ ਤੋਂ ਨਹੀਂ ਹੈ। ਜੇ ਰੱਬ ਨੇ ਦਿੱਤੇ ਨੇ ਉਹਦੇ ਰਾਹੀਂ ਵੀ ਸੇਵਾ ਕਰਨਾ ਉੱਤਮ ਗੱਲ ਹੈ, ਪਰ ਦਾਨ ਦਾ ਅਰਥ ਉਹ ਹਰ ਕਰਮ ਜਿਹਦੇ ਰਾਹੀਂ ਲੋਕਾਂ ਦੇ ਅੰਦਰ ਉਤਸ਼ਾਹ ਪੈਦਾ ਹੋਵੇ। ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਸਮਾਜ ਨੂੰ ਵਧੀਆ ਬਣਾਉਣ ਦੇ ਲਈ, ਸਾਡਾ ਆਤਮਿਕ ਜੀਵਨ ਵਧੀਆ ਬਣੇਗਾ ਜਦੋਂ ਵਾਹਿਗੁਰੂ ਜੀ ਦੇ ਪਿਆਰ ਜੁੜਾਂਗੇ। ਸਾਡਾ ਸਰੀਰਕ ਜੀਵਨ ਵਧੀਆ ਬਣੇਗਾ ਜਦੋਂ ਅਸੀਂ ਇਸ਼ਨਾਨ ਨਾਲ ਜੁੜਾਂਗੇ। ਵਿਚਾਰ, ਆਚਾਰ, ਕਿਰਦਾਰ, ਆਹਾਰ ਸਾਡਾ ਪਵਿੱਤਰ ਹੋਵੇਗਾ। ਔਰ ਸਾਡਾ ਸਮਾਜਿਕ ਜੀਵਨ ਉਦੋਂ ਵਧੀਆ ਬਣੇਗਾ। ਸਮਾਜ ਨੂੰ ਕਿਸੇ ਗੌਰਮੈਂਟ ਨੇ ਵਧੀਆ ਨਹੀਂ ਬਣਾਉਣਾ, ਇਹ ਗੱਲ ਚੇਤੇ ਰੱਖਿਓ। ਇਸ ਸਮਾਜ ਨੂੰ ਵਧੀਆ ਬਣਾਉਣ ਲਈ ਸਾਡੇ ਬਜ਼ੁਰਗਾਂ ਨੇ ਬਹੁਤ ਘਾਲਣਾ ਘਾਲੀ ਹੈ, ਲੱਖਾਂ ਨਹੀਂ ਹਜ਼ਾਰਾਂ ਸਾਲਾਂ ਤੋਂ ਘਾਲਣਾ ਘਾਲੀ ਹੈ। ਸਾਡਾ ਸਮਾਜ ਨਿੱਘਰਦਾ ਹੀ ਚੱਲਿਆ ਜਾ ਰਿਹਾ। ਅੱਜ ਸਾਡਾ ਸਮਾਜ ਕਿੱਥੇ ਚਲਿਆ ਗਿਆ? ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਹੈ, ਉਹਦੀ ਅਰਥੀ ਨੂੰ ਮੋਢਾ ਦੇਣ ਵਾਲਾ ਹੀ ਕੋਈ ਨਹੀਂ ਹੈ। ਇਹੋ ਜਿਹਾ ਸਾਡਾ ਸਮਾਜ ਬਣ ਗਿਆ। ਕਿਸੇ ਸਮਾਜ ਦੀ ਤਸਵੀਰ ਦੇਖਣੀ ਹੈ ਤੇ ਔਖੇ ਸਮੇਂ ਤੇ ਦੇਖੀ ਜਾ ਸਕਦੀ ਹੈ ਕਿ ਮੁਰਦੇ ਦੇ ਨਾਲ ਤੁਰਨ ਲਈ ਤਿਆਰ ਕੋਈ ਨਹੀਂ ਹੈ, ਉਹਦੀ ਆਪਣੀ ਲੋਥ ਨੂੰ ਮੋਢਿਆਂ ਤੇ ਚੁੱਕ ਕੇ ਇੱਕ ਬੰਦਾ ਇਕੱਲਾ ਤੁਰੀ ਜਾ ਰਿਹਾ। ਇਹ ਸਾਡਾ ਸਮਾਜ ਹੈ। ਸਮਾਜ ਗੌਰਮੈਂਟ ਦੇ ਕਾਨੂੰਨਾਂ ਨਾਲ ਨਹੀਂ ਬਣਦਾ ਹੁੰਦਾ। ਸਮਾਜ ਨੂੰ ਸਿਰਜਣਾ ਹੁੰਦਾ ਧਰਮ ਨੇ। ਅੱਜ ਕਿਹਾ ਜਾਂਦਾ ਜੀ ਧਰਮ ਦੀ ਲੋੜ ਕੋਈ ਨਹੀਂ ਹੈ, ਧਰਮ ਸਥਾਨ ਤੇ ਜਾਣ ਦੀ ਲੋੜ ਕੋਈ ਨਹੀਂ ਹੈ, ਸਿਮਰਨ ਕਰਨ ਦੀ ਕੋਈ ਲੋੜ ਨਹੀਂ ਹੈ, ਧਰਮ ਗ੍ਰੰਥ ਪੜ੍ਹਨ ਦੀ ਕੋਈ ਲੋੜ ਨਹੀਂ ਹੈ। ਜਿੰਨੇ ਮਰਜ਼ੀ ਕਾਨੂੰਨ ਗੌਰਮੈਂਟ ਬਣਾ ਲਏ, ਉਹ ਸਮਾਜ ਦੇ ਵਿੱਚੋਂ ਭ੍ਰਿਸ਼ਟਾਚਾਰ ਦੂਰ ਨਹੀਂ ਕਰ ਸਕਦੀ। ਗੌਰਮੈਂਟਾਂ ਤੇ ਆਪ ਭ੍ਰਿਸ਼ਟ ਨੇ, ਉਹਨਾਂ ਨੇ ਭ੍ਰਿਸ਼ਟਾਚਾਰ ਕੀ ਦੂਰ ਕਰਨਾ? ਜਿਨ੍ਹਾਂ ਨੇ ਕਾਨੂੰਨ ਲਾਗੂ ਕਰਨੇ ਉਹ ਤੇ ਆਪ ਭ੍ਰਿਸ਼ਟ ਨੇ, ਅਦਾਲਤਾਂ ਭ੍ਰਿਸ਼ਟ ਨੇ, ਜੱਜ ਭ੍ਰਿਸ਼ਟ ਨੇ, ਪੁਲਿਸ ਭ੍ਰਿਸ਼ਟ ਹੈ। ਉਹਨਾਂ ਨੇ ਭ੍ਰਿਸ਼ਟਾਚਾਰ ਦੂਰ ਕੀ ਕਰਨਾ? ਭ੍ਰਿਸ਼ਟਾਚਾਰ ਤੁਹਾਡੀ ਸੋਚ ਦੇ ਨਾਲ ਦੂਰ ਹੋਏਗਾ। ਉਹ ਸੋਚ ਤੁਹਾਨੂੰ ਮਿਲੇਗੀ ਵਾਹਿਗੁਰੂ ਜੀ ਦੇ ਸਿਮਰਨ ਚੋਂ, ਧਰਮ ਗ੍ਰੰਥਾਂ ਦੇ ਵਿੱਚੋਂ। ਇਸ ਕਰਕੇ ਜਦੋਂ ਤੁਹਾਡੀ ਵਿਚਾਰ ਵਧੀਆ ਹੋਈ, ਤੁਹਾਡਾ ਆਹਾਰ ਵਧੀਆ ਹੋਇਆ, ਸਰੀਰ ਤੰਦਰੁਸਤ ਹੋਏਗਾ, ਇਹ ਸਮਾਜ ਸਿਰਜਣਾ ਹੈ ਤੁਸੀਂ, ਤੇ ਸਮਾਜ ਕਿਵੇਂ ਵਧੀਆ ਬਣੇਗਾ? ਕਿਉਂਕਿ ਜਦੋਂ ਸਮਾਜ ਦੇ ਦੁੱਖ ਦੇਖਦੇ ਆ, ਸਮਾਜ ਦੀ ਵਿਚਾਰਧਾਰਾ ਦੇਖਦੇ ਆ, ਭ੍ਰਿਸ਼ਟਾਚਾਰ ਦੇਖਦੇ, ਲੋਕੀ ਕਿਤੇ ਸਮਾਜ ਹੀ ਛੱਡ ਦਿਓ। ਇਹ ਤੇ ਸਮਾਜ ਬੜਾ ਮਾੜਾ ਹੈ। ਸਮਾਜ ਨੂੰ ਛੱਡ ਕੇ ਧਾਰਮਿਕ ਜੰਗਲਾਂ 'ਚ ਬੈਠੇ, ਤੀਰਥਾਂ ਤੇ ਜਾ ਕੇ ਬੈਠ ਗਏ। ਉਹਨਾਂ ਕਿਹਾ ਜੀ ਇਹ ਸਮਾਜ ਬੜਾ ਮਾੜਾ ਹੈ। ਤੇ ਬਾਬਾ ਨਾਨਕ ਜੀ ਨੇ ਕਿਹਾ ਜੇ ਸਮਾਜ ਮਾੜਾ ਹੈ ਤੇ ਤੁਹਾਡੇ ਕਰਕੇ ਮਾੜਾ ਹੈ, ਕਿਸੇ ਕਰਕੇ ਮਾੜਾ ਨਹੀਂ ਹੈ। ਸਿੱਧਾਂ ਨੇ ਬਾਬਾ ਨਾਨਕ ਜੀ ਨੂੰ ਪੁੱਛਿਆ, ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕੀ ਵਰਤਾਰਾ, ਕਿ ਭਾਰਤ ਭੂਮੀ ਦਾ ਕੀ ਹਾਲ ਚਾਲ ਹੈ? ਸਤਿਗੁਰੂ ਜੀ ਕਹਿਣ ਲੱਗੇ, ਬਾਬਾ ਆਖੇ ਨਾ ਜੀ ਸੱਚ ਚੰਦਰਮਾ ਕੂੜ ਅੰਧਾਰਾ। ਸੱਚ ਦਾ ਚੰਦਰਮਾ ਨਾਥ ਜੀ ਅਲੋਪ ਹੋ ਗਿਆ, ਕੂੜ ਦਾ ਹਨੇਰਾ ਪਸਰਿਆ। ਸਿੱਧ ਕਹਿੰਦੇ ਆਖਰ ਕਿਉਂ? ਸਤਿਗੁਰੂ ਜੀ ਕਹਿੰਦੇ ਤੁਹਾਡੇ ਕਰਕੇ। ਸਿੱਧ ਛੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰੋ ਤਾਰਾ। ਉਹ ਤੁਹਾਡੇ ਵਰਗੇ ਸਿਆਣੇ ਲੋਕੀ ਤੇ ਪਹਾੜਾਂ 'ਚ ਆ ਕੇ ਲੁਕ ਗਏ, ਕੋਈ ਭੋਰਿਆਂ 'ਚ ਲੁਕ ਗਿਆ। ਇਹ ਸਮਾਜ ਦਾ ਪਾਰੋ ਤਾਰੇ ਕਿਨ ਕਰਨਾ? ਸਮਾਜ ਡੁੱਬਦਾ ਕਦੋਂ ਹੈ? ਸਮਾਜ ਡੁੱਬਦਾ ਉਦੋਂ ਹੈ ਜਦੋਂ ਧਾਰਮਿਕ ਲੋਕ ਭ੍ਰਿਸ਼ਟ ਹੋ ਜਾਣ, ਜਦੋਂ ਧਰਮ ਸਥਾਨਾਂ ਤੇ ਭ੍ਰਿਸ਼ਟਾਚਾਰ ਵਾਪਰਨਾ ਸ਼ੁਰੂ ਹੋ ਜਾਏ। ਥਾਨਸ਼ਟ ਜਗ ਭ੍ਰਿਸ਼ਟ ਹੋਏ, ਡੁੱਬਤਾ ਇਵ ਜਗ। ਇਸ ਕਰਕੇ ਧਰਮ ਨੇ ਹੀ ਸਮਾਜ ਨੂੰ ਬਚਾਉਣਾ ਹੈ। ਧਰਮ ਦੇ ਨਾਲ ਜੁੜੇ ਹੋਏ ਲੋਕੀ ਜਾਂ ਜਿਨ੍ਹਾਂ ਨੇ ਜ਼ਿੰਦਗੀ ਅੰਦਰ ਧਰਮ ਨੂੰ ਸਮਝ ਲਿਆ,
ਸਮਾਜ ਦੀ ਸਿਰਜਣਾ ਉਹਨਾਂ ਲੋਕਾਂ ਨੇ ਕਰਨੀ ਹੈ। ਸਾਨੂੰ ਧਰਤੀ ਤੇ ਰੱਬ ਨੇ ਭੇਜਿਆ ਹੈ। ਦੇਖੋ ਇਹ ਸੰਸਾਰ ਰੱਬ ਨੇ ਬਣਾਇਆ ਹੈ, ਧਰਤੀ ਰੱਬ ਨੇ ਬਣਾਈ ਹੈ, ਤੇ ਇਸ ਸਮਾਜ ਨੂੰ ਜਾਂ ਧਰਤੀ ਤੇ ਹਰਿਆਵਲ ਨੂੰ ਉਸਾਰੀ ਕਰਨ ਨੂੰ ਮਨੁੱਖ ਨੂੰ ਵਾਹਿਗੁਰੂ ਜੀ ਨੇ ਜ਼ਿੰਮੇਵਾਰੀ ਦਿੱਤੀ ਹੈ। ਇਹਦੀ ਉਸਾਰੀ ਮਨੁੱਖ ਨੇ ਕਰਨੀ ਹੈ, ਪਰ ਉਸਾਰੀ ਮਨੁੱਖ ਤਾਂ ਕਰੇਗਾ ਜੇ ਉਹਦੀ ਜ਼ਿੰਦਗੀ 'ਚ ਉਸਾਰੀ ਹੋਏਗੀ, ਜੇ ਜ਼ਿੰਦਗੀ 'ਚ ਗੁਣ ਗ੍ਰਹਿਣ ਕੀਤੇ ਹੋਣਗੇ, ਜੇ ਜ਼ਿੰਦਗੀ ਅੰਦਰ ਉਹਨੇ ਕੋਈ ਸੁੱਖ ਜਾਂ ਇਵੇਂ ਕਹਿ ਲਓ ਆਨੰਦ ਮਾਣਿਆ ਹੋਏਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕੁਚੱਜੀ ਦੇ ਸਿਰਲੇਖ ਹੇਠ ਅੰਦਰ ਇਹ ਗੱਲ ਕਹਿ ਕੇ ਕਿ ਅਸੀਂ ਤੇ ਜਿਉਣ ਦਾ ਚੱਜ ਹੀ ਨਹੀਂ ਸਿੱਖਿਆ, ਅਵਗੁਣਾਂ ਨਾਲ ਜੁੜੇ ਹੋਏ ਹਾਂ, ਔਰ ਅਸੀਂ ਜ਼ਿੰਦਗੀ ਅੰਦਰ ਉਸ ਪ੍ਰਮਾਤਮਾ ਦਾ ਪਿਆਰ ਕਿਵੇਂ ਲੈ ਸਕਦੇ ਹਾਂ, ਸੁੱਖ ਕਿਵੇਂ ਮਾਣ ਸਕਦੇ ਹਾਂ। ਸਾਡੇ ਦੁੱਖਾਂ ਦਾ ਕਾਰਨ ਕੀ ਹੈ ਕਿ ਰੱਬ ਨੇ ਜਿਹੜੀਆਂ ਦਾਤਾਂ ਸਾਨੂੰ ਵਰਤਣ ਲਈ ਦਿੱਤੀਆਂ ਸਨ, ਅਸੀਂ ਉਹਨਾਂ ਦੇ ਨਾਲ ਹੀ ਜੁੜ ਗਏ। ਦਾਤ ਪਿਆਰੀ ਵਿਸਰਿਆ ਦਾਤਾਰਾ, ਘਰ ਸਾਨੂੰ ਰਹਿਣ ਲਈ ਦਿੱਤਾ ਸੀ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ। ਜੇ ਪ੍ਰਸਾਦ ਬਸੇ ਸੁਖ ਮੰਦਰ ਤੇ ਸੀ ਤੇ ਆਏ ਸਦਾ ਮਨ ਅੰਦਰ, ਪਰ ਅਸੀਂ ਘਰ ਦਾ ਹੀ ਹੰਕਾਰ ਕਰਨਾ ਸ਼ੁਰੂ ਕਰ ਦਿੱਤਾ। ਘਰ ਬੜਾ ਵੱਡਾ ਸਾਡਾ, ਘਰ ਹੰਕਾਰ ਕਰਨ ਲਈ ਨਹੀਂ ਸੀ, ਘਰ ਤਾਂ ਨਿਰੰਕਾਰ ਦਾ ਸ਼ੁਕਰਾਨਾ ਕਰਨ ਦੇ ਲਈ। ਸਤਿਗੁਰੂ ਜੀ ਇਸ ਮੁਖ ਵਾਕ ਦੇ ਰਾਹੀਂ ਸਾਡੇ ਅਵਗੁਣਾਂ ਦੀ ਗੱਲ ਕਰਦੇ ਹਾਂ, ਜਿਵੇਂ ਅਸੀਂ ਜੀਵਨ ਜਾਚ ਨਹੀਂ ਸਕੇ, ਜ਼ਿੰਦਗੀ ਦੇ ਅੰਦਰ ਸੁਚੱਜੇ ਬਣਨ ਦੀ ਜੋ ਪ੍ਰੇਰਣਾ ਕਰ ਰਹੇ ਨੇ। ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਸਾਂਝੀ ਕਰੀਏ ਜੀ। ਸਤਿਗੁਰੂ ਜੀ ਦੇ ਪਿਆਰ 'ਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਇੱਕ ਵਾਰ ਸਾਰੇ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪਹਿਲਾ। ਕੁਚੱਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੂਹੀ ਰਾਗ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਇਹ ਪਾਵਨ ਅੰਮ੍ਰਿਤ ਬਚਨ ਕੁਚੱਜੀ ਦੇ ਸਿਰਲੇਖ ਹੇਠ ਅੰਕਿਤ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 762 ਤੇ ਸੁਭਾਇਮਾਨ ਨੇ। ਸਤਿਗੁਰੂ ਜੀ ਪਾਵਨ ਬਾਣੀ ਆਰੰਭ ਕਰਦੇ ਹਾਂ, ਸ਼ਬਦ ਆਰੰਭ ਕਰਦੇ ਹਾਂ। ਪਰਮ ਪਿਤਾ ਵਾਹਿਗੁਰੂ ਜੀ ਦਾ ਮੰਗਲਾ ਚਰਨ ਕਰ ਰਹੇ ਨੇ ਕਿ ਉਹ ਸਦਾ ਕਾਇਮ ਰਹਿਣ ਵਾਲਾ ਬ੍ਰਹਮ ਸਰੂਪ ਪ੍ਰਮਾਤਮਾ ਕੇਵਲ ਇੱਕ ਹੈ। ਗੁਰੂ ਦੀ ਬਖਸ਼ਿਸ਼ ਸਦਕਾ ਉਹ ਪ੍ਰਾਪਤ ਹੁੰਦਾ ਹੈ। ਮਨ ਕੁਚੱਜੀ ਮਾਵਨ ਡੋਸੜੇ, ਹਉ ਕਿਉ ਸਹੁਰਾਵਨ ਜਾਓ ਜੀਓ। ਮੰਝ ਦਾ ਅਰਥ ਹੈ ਮੈਂ, ਕੁਚੱਜੀ ਜਿਹਨੂੰ ਜਿਉਣ ਦਾ ਚੱਜ ਹੀ ਨਹੀਂ ਹੈ, ਜਿਉਣ ਦੀ ਜਾਚ ਨਹੀਂ ਹੈ। ਹੇ ਭੈਣੇ, ਮੈਂ ਤਾਂ ਕੁਚੱਜੀ ਹਾਂ, ਮੈਨੂੰ ਜਿਉਣ ਦਾ ਢੰਗ ਨਹੀਂ ਹੈ। ਅਮਾਵਣ ਡੋਸੜੇ, ਦੋਸ਼ ਤੋਂ ਲਫ਼ਜ਼ ਬਣਿਆ ਡੋਸੜੇ। ਮੇਰੇ ਵਿੱਚ ਬੜੇ ਭੈੜੇ ਭੈੜੇ ਅਵਗੁਣ ਨੇ, ਦੋਸ਼ ਨੇ। ਅਮਾਵਣ ਦਾ ਅਰਥ ਹੈ ਕਿ ਜਿਹੜੇ ਸਮਾ ਹੀ ਨਹੀਂ ਸਕਦੇ, ਜਿਨ੍ਹਾਂ ਨੂੰ ਲੁਕਾਇਆ ਨਹੀਂ ਜਾ ਸਕਦਾ। ਹੇ ਭੈਣੇ, ਮੈਨੂੰ ਜਿਉਣ ਦੀ ਜਾਚ ਨਹੀਂ ਹੈ। ਮੇਰੇ ਵਿੱਚ ਤੇ ਅਨੇਕਾਂ ਹੀ ਦੋਸ਼ ਨੇ, ਅਵਗੁਣ ਨੇ, ਜਿਨ੍ਹਾਂ ਨੂੰ ਮੈਂ ਛੁਪਾ ਨਹੀਂ ਸਕਦੀ, ਕਿਤੇ ਉਸਮਾ ਨਹੀਂ ਸਕਦੇ। ਹਉ ਕਿਉਂ ਸਹੁ ਰਾਵਣ ਜਾਓ ਜੀਓ। ਸਹੁ ਦਾ ਅਰਥ ਪਰਮਾਤਮਾ। ਮੈਂ ਉਸ ਪਰਮਾਤਮਾ ਦੇ ਪਿਆਰ ਨੂੰ ਕਿਵੇਂ ਮਾਣ ਸਕਦੀ ਹਾਂ, ਕਿਉਂਕਿ ਮੇਰੀ ਜ਼ਿੰਦਗੀ 'ਚ ਅਵਗੁਣ ਹੀ ਇੰਨੇ ਨੇ, ਬੁਰਾਈਆਂ ਇੰਨੀਆਂ ਨੇ, ਮੈਨੂੰ ਤੇ ਜਿਉਣ ਦੀ ਜਾਚ ਨਹੀਂ ਆਈ। ਦੇਖੋ ਦੁਨੀਆ 'ਚ ਆਪਾਂ ਵਿਸਰਦੇ ਹਾਂ ਨਾ, ਦੁਨੀਆ ਗੁਣਵਾਨਾਂ ਨੂੰ ਪਿਆਰ ਕਰਦੀ ਹੈ। ਸੰਸਾਰ ਦਾ ਇਹ ਸੁਭਾਅ ਹੈ ਕਿ ਗੁਣਵਾਨਾਂ ਨੂੰ ਹਰ ਕੋਈ ਪਿਆਰ ਕਰਦਾ ਹੈ, ਲੇਕਿਨ ਅਵਗੁਣਿਆਰੇ ਮਾਨਸ ਹੈ ਭਲੋ ਨਾ ਕਹੇ ਕੋਈ। ਅਵਗੁਣਾਂ ਵਾਲੇ ਨੂੰ ਕੋਈ ਵਧੀਆ ਨਹੀਂ ਕਹਿੰਦਾ। ਜਿੰਨੇ ਤੁਹਾਡੇ ਕੋਲ ਗੁਣ ਹੋਣਗੇ, ਤੁਹਾਡੇ ਕੋਲ ਪੈਸਾ ਹੈ, ਮੁਬਾਰਕ ਹੈ, ਨਹੀਂ ਹੈ ਤੇ ਕੋਈ ਗੱਲ ਨਹੀਂ, ਤੁਹਾਡੇ ਪੱਲੇ ਗੁਣ ਨੇ, ਤੁਹਾਡੇ ਪੱਲੇ ਕੋਈ ਹੁਨਰ ਹੈ, ਤੁਸੀਂ ਜ਼ਿੰਦਗੀ ਜਿੱਥੇ ਜਾਓਗੇ ਦੁਨੀਆ ਤੁਹਾਨੂੰ ਮਾਣ ਦੇਵੇਗੀ। ਇਸ ਕਰਕੇ ਗੁਣਵੰਤੀ, ਗੁਣ ਜਿਹੜੇ ਨੇ ਉਹ ਸਾਡੇ ਅਵਗੁਣਾਂ ਦੇ ਬੰਧਨਾਂ ਨੂੰ ਕੱਟਦੇ ਨੇ। ਅਵਗੁਣ ਬੰਧਨ ਨੇ, ਅਵਗੁਣ ਸਾਨੂੰ ਅੰਦਰੋਂ ਕਮਜ਼ੋਰ ਕਰਦੇ ਨੇ, ਅਵਗੁਣ ਸਾਡੀ ਆਤਮਿਕ ਸ਼ਕਤੀ ਨੂੰ ਕਮਜ਼ੋਰ ਕਰਦੇ ਨੇ। ਇਸ ਕਰਕੇ ਭੈਣੇ, ਉਹ ਪਰਮਾਤਮਾ ਨੂੰ ਮਿਲਣਾ ਤੇ ਇਵੇਂ ਹੈ ਜਿਵੇਂ ਆਪਾਂ ਕਿਤੇ ਪਹਾੜ ਤੇ ਚੜ੍ਹਨਾ ਹੋਏ, ਪਰਮਾਤਮਾ ਤੱਕ ਪਹੁੰਚਣਾ ਤੇ ਸਾਡੇ ਪੱਲੇ ਤੇ ਗੁਣ ਹੀ ਕੋਈ ਨਹੀਂ ਹੈ। ਇਸ ਕਰਕੇ ਮੈਂ ਉਸ ਪਰਮਾਤਮਾ ਦੇ ਪਿਆਰ ਨੂੰ ਕਿਵੇਂ ਮਾਣ ਸਕਦੀ, ਕਿਉਂਕਿ ਮੇਰੇ ਵਿੱਚ ਬਹੁਤ ਭਾਰੀ ਅਵਗੁਣ ਨੇ, ਦੋਸ਼ ਨੇ। ਇੱਕ ਦੋ ਇੱਕ ਚੜ੍ਹੰਦੀ ਆ, ਕੌਣ ਜਾਣੈ ਮੇਰਾ ਨਾਉ ਜੀਓ। ਹੇ ਭੈਣੇ, ਪਰਮਾਤਮਾ ਦੇ ਪਿਆਰ ਵਾਲੀਆਂ ਇੱਕ ਦੋ ਇੱਕ ਚੜ੍ਹੰਦੀਆਂ, ਰੱਬੀ ਰੰਗ ਵਿੱਚ ਰੰਗੇ ਹੋਏ, ਗੁਣਾਂ ਵਾਲੇ ਬੇਅੰਤ ਤੋਂ ਬੇਅੰਤ ਜੀਵ ਨੇ। ਅਸੀਂ ਤੇ ਨਿੱਕੀ ਨਿੱਕੀ ਗੱਲ ਦਾ ਹੰਕਾਰ ਕਰ ਲੈਂਦੇ ਹਾਂ। ਕਿਤੇ ਸੰਗਤ ਵਿੱਚ ਆ ਕੇ ਦੇਖੀਏ, ਦੇਖੋ ਸਾਡੇ ਕੋਲ ਉਹ ਦੇਖਣ ਵਾਲੀ ਦ੍ਰਿਸ਼ਟੀ ਨਹੀਂ ਹੈ। ਸਾਡੇ ਅੰਦਰ ਅਵਗੁਣ ਨੇ, ਅਸੀਂ ਬਾਹਰੋਂ ਅਵਗੁਣ ਹੀ ਦੇਖਦੇ ਹਾਂ, ਔਰ ਅਵਗੁਣ ਹੀ ਅਸੀਂ ਇਕੱਤਰ ਕਰਦੇ ਹਾਂ। ਸਾਨੂੰ ਗੁਰੂ ਸਾਹਿਬ ਜੀ ਨੇ ਕਿਹਾ ਸੀ, ਸਾਂਝ ਕੀਜੈ ਗੁਣਾ ਕੇਰੀ, ਛੋੜ ਅਵਗੁਣ ਚੱਲੀਏ, ਜਿੱਥੇ ਜਾਏ ਬਹੀਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ। ਹਰ ਮਨੁੱਖ ਦੇ ਅੰਦਰ ਪ੍ਰਮਾਤਮਾ ਨੇ ਗੁਣ ਰੱਖੇ ਨੇ।
ਗੁਣ ਔਗਣ ਸਾਰੇ ਹਰ ਮਨੁੱਖ ਦੇ ਅੰਦਰ ਹੁੰਦੇ ਨੇ, ਪਰ ਜਿਹੋ ਜੀ ਤੁਹਾਡੀ ਦ੍ਰਿਸ਼ਟੀ ਹੈ ਨਾ, ਤੁਸੀਂ ਉਹੀ ਕੁਝ ਲੱਭ ਲਓਗੇ। ਬੰਦੇ 'ਚ 100 ਗੁਣ ਹੋਵੇ, 99 ਗੁਣ ਹੋਣ, ਤੇ ਉਹਦੇ ਕੋਈ ਗਲਤੀ ਹੋ ਜਾਏ, ਕਿਉਂਕਿ ਬੰਦਾ ਭੁੱਲਣਹਾਰ ਹੈ, ਗਲਤੀ ਕਰ ਸਕਦਾ ਹੈ, ਤੇ ਅਸੀਂ ਉਹਦੀ ਇੱਕ ਗਲਤੀ ਨੂੰ ਫਿਰ ਐਂ ਚੰਗੀ ਤਰ੍ਹਾਂ ਨਸ਼ਰ ਕਰਦੇ, ਛੱਜ 'ਚ ਪਾ ਕੇ ਉਹਨੂੰ ਐਂ ਛੱਟ ਦਿੰਦੇ ਚੰਗੇ ਤਰੀਕੇ ਨਾਲ। ਉਹਨੇ 99 ਚੰਗੀ ਗੱਲਾਂ ਕੀਤੀਆਂ ਹੋਣ। ਅੱਜ ਤੇ ਇੱਕ ਭਾਵੇਂ ਪੋਲੀਟੀਕਲ ਦੁਨੀਆ ਹੈ, ਭਾਵੇਂ ਕੋਈ ਦੁਨੀਆ ਹੈ, ਵਿਰੋਧੀ ਦੇ ਚੰਗੇ ਬੰਦੇ 'ਚ ਵੀ ਇੱਕ ਔਗਣ ਮਿਲ ਜੇ ਤਾਂ ਉਹਨੂੰ ਰੱਜ ਕੇ ਮੀਡੀਆ ਭੰਡਦਾ, ਰੱਜ ਕੇ ਭੰਡਦਾ, ਕਿਉਂਕਿ ਮੀਡੀਆ ਦੱਸਦਾ ਹੀ ਔਗਣ ਹੈ, ਚੰਗਿਆਈਆਂ ਤੇ ਦੱਸਦਾ ਨਹੀਂ। ਤੇ ਆਪਣੇ ਬੰਦੇ ਦੇ ਬੇਅੰਤ ਔਗਣ ਹੋਣ, ਉਹ ਰੱਜ ਕੇ ਨਕਮਾ ਹੋਏ, ਤੇ ਉਹਨੂੰ ਹੀਰੋ ਬਣਾਉਣ 'ਚ ਕੋਈ ਕਸਰ ਨਹੀਂ ਛੱਡਦੇ ਅਸੀਂ। ਇਹੀ ਕਾਰਨ ਹੈ ਸਾਡੇ ਪਛੜਨ ਦਾ, ਸਮਾਜਿਕ ਤੇ ਕੌਮੀ ਤੌਰ ਤੇ ਜਾਂ ਮੁਲਕ ਦੇ ਤੌਰ ਤੇ, ਕਿਉਂਕਿ ਅਸੀਂ ਗੁਣਵਾਨ ਦੀ ਕਦਰ ਨਹੀਂ ਕਰਦੇ। ਇਹ ਗੁਣ ਪਰਮਾਤਮਾ ਦੇ ਨੇ। ਜਿੰਨਾ ਤੁਸੀਂ ਕਿਸੇ ਦੇ ਗੁਣਾਂ ਨੂੰ ਐਪਰੀਸ਼ੀਏਟ ਕਰੋਗੇ, ਜਿੰਨਾ ਕਿਸੇ ਦੇ ਗੁਣਾਂ ਦੀ ਤਾਰੀਫ ਕਰੋਗੇ, ਉਹ ਗੁਣ ਤੁਹਾਡੇ 'ਚ ਆਉਂਦੇ ਹੀ ਜਾਣਗੇ, ਤੁਸੀਂ ਗੁਣਵਾਨ ਬਣਦੇ ਜਾਓਗੇ। ਜਿੰਨਾ ਕਿਸੇ ਦੇ ਔਗਣ ਦੇਖੋਗੇ, ਔਗਣ ਹੀ ਤੁਹਾਡੇ 'ਚ ਆਉਣਗੇ, ਉਦੋਂ ਵੱਧ ਕੁਝ ਨਹੀਂ ਆਏਗਾ। ਇਸ ਕਰਕੇ ਸਾਹਿਬ ਜੀ ਕਹਿੰਦੇ, ਜਦੋਂ ਦੇਖਿਆ ਬੇਅੰਤ ਗੁਣਾਂ ਵਾਲੇ ਜੀਵ ਨੇ, ਜਦੋਂ ਤੁਸੀਂ ਗੁਣ ਦੇਖਣ ਜਾਓਗੇ, ਦੇਖੋ ਰੱਬ ਦੀ ਧਰਤੀ ਤੇ, ਪ੍ਰਮਾਤਮਾ ਦੀ ਇਸ ਧਰਤੀ ਤੇ ਬਹੁਤ ਬੇਅੰਤ ਵਧੀਆ ਜੀਵ ਨੇ। ਜਦੋਂ ਜਪਜੀ ਸਾਹਿਬ ਪੜ੍ਹਦੇ ਹਾਂ, ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਅਸੰਖਾਂ ਨੇ ਜਪ ਤਪ ਕਰਨ ਵਾਲੇ, ਅਸੰਖਾਂ ਨੇ ਰੱਬ ਦਾ ਸਿਮਰਨ ਕਰਨ ਵਾਲੇ, ਅਸੰਖਾਂ ਦਾ ਅਰਥ ਅਣਗਿਣਤ, ਅਸੰਖਾਂ ਸੇਵਾ ਕਰਨ ਵਾਲੇ ਨੇ, ਅਸੰਖਾਂ ਚੰਗੇ ਲੋਕ ਨੇ। ਕਿਉਂਕਿ ਚੰਗਾ ਸਾਨੂੰ ਦਿਖਾਇਆ ਹੀ ਨਹੀਂ ਜਾਂਦਾ। ਜਦੋਂ ਤੁਸੀਂ ਟੀਵੀ ਔਨ ਕਰੋ ਨਾ, ਬੁਰਾਈਆਂ, ਮੁਰਦਿਆਂ ਦੀ ਗੱਲ, ਹੋਰ ਜੋ ਕੁਝ ਬੁਰਾ ਹੈ, ਸਭ ਕੁਝ ਕਿ ਮਨੁੱਖ ਦੇ ਅੰਦਰ ਨੈਗੇਟਿਵਿਟੀ ਭਰ ਦਿੱਤੀ ਜਾਂਦੀ ਹੈ। ਰੋਗ ਇੰਨੇ ਡਰਾਉਣੇ ਨਹੀਂ ਹੈ, ਮਾਫ ਕਰਨਾ, ਅੱਜ ਮਹਾਂਮਾਰੀ ਪਸਰੀ ਹੋਈ ਹੈ, ਇੰਨੀ ਡਰਾਉਣੀ ਨਹੀਂ, ਮਹਾਂਮਾਰੀਆਂ ਆਉਂਦੀਆਂ ਰਹਿੰਦੀਆਂ ਨੇ, ਸਾਡੀ ਜ਼ਿੰਦਗੀ ਤੇ ਦੁੱਖ ਆਉਂਦੇ ਰਹਿੰਦੇ ਨੇ, ਪਰ ਇਹ ਰੋਗ ਸਰੀਰ ਤੇ ਆਏ ਖਤਰਨਾਕ ਨਹੀਂ ਹੈ। ਦੇਖੋ ਰੋਗ ਤੋਂ ਬਚਣਾ ਹੈ, ਸਫਾਈ ਰੱਖਣੀ, ਧਿਆਨ ਰੱਖਣਾ ਹੈ, ਜੋ ਹਦਾਇਤਾਂ ਪਾਲਣਾ ਕਰਨੀ ਹੈ, ਪਰ ਜਦੋਂ ਰੋਗ ਤੁਹਾਡੇ ਮਨ 'ਚ ਆ ਗਿਆ ਨਾ, ਉਹਨੂੰ ਕੋਈ ਨਹੀਂ ਕਰ ਸਕੇਗਾ। ਇਹ ਰੋਗ ਮਨ ਵਿੱਚ ਭਰਿਆ ਜਾ ਰਿਹਾ, ਮੀਡੀਆ ਵੱਲੋਂ ਡਰਾਇਆ ਜਾ ਰਿਹਾ ਮਨੁੱਖ ਨੂੰ। ਇਹ ਗੱਲ ਚਿੱਤੇ ਰੱਖਿਓ, ਰੋਗ ਨਾਲ ਬਹੁਤ ਘੱਟ ਲੋਕ ਮਰਦੇ ਨੇ, ਬਹੁਤੇ ਡਰ ਦੇ ਨਾਲ ਮਰ ਰਹੇ ਨੇ, ਡਰਾਇਆ ਜਾ ਰਿਹਾ ਹੈ। ਔਰ ਇਹ ਗੱਲ ਚਿੱਤੇ ਰੱਖਿਓ, ਕਿਸੇ ਬਿਪਤਾ ਦਾ ਸਾਹਮਣਾ ਡਰ ਕੇ ਨਹੀਂ ਕੀਤਾ ਜਾ ਸਕਦਾ। ਸਵਾਮੀ ਵਿਵੇਕਾਨੰਦ ਜੀ ਜਾ ਰਹੇ ਸਨ, ਉਹਨਾਂ ਦੀ ਜ਼ਿੰਦਗੀ ਦੀ ਇੱਕ ਬੜੀ ਪਿਆਰੀ ਮੈਂ ਘਟਨਾ ਪੜ੍ਹ ਰਿਹਾ ਸਾਂ। ਕਹਿੰਦੇ ਉਹਨਾਂ ਮਗਰ ਬਾਂਦਰ ਪੈ ਗਏ, ਬਾਂਦਰ ਪੈ ਗਏ, ਉਹ ਭੱਜ ਪਏ, ਬਾਂਦਰ ਵੀ ਭੱਜ ਪਏ, ਜਿਉਂ-ਜਿਉਂ ਭੱਜਣ ਬਾਂਦਰ ਹੋਰ ਭੱਜੀ ਜਾਣ। ਕਿਸੇ ਮਨੁੱਖ ਨੇ ਕਿਹਾ ਉਹ ਖਲੋ ਜਾ, ਉਹ ਖਲੋ ਗਏ ਤੇ ਬਾਂਦਰ ਜਿਹੜੇ ਪਿੱਛੇ ਹਟ ਗਏ। ਉਹਨਾਂ ਨੇ ਨਿਊਯਾਰਕ ਸਪੀਚ ਦਿੰਦਿਆਂ ਇੱਕ ਗੱਲ ਕੀ, ਕਹਾਣੀ ਸੁਣਾ ਕੇ ਕਹਿਣ ਲੱਗੇ, ਜਿੰਨਾ ਦੁੱਖਾਂ ਤੋਂ ਭੱਜੋਗੇ ਦੁੱਖ ਤੁਹਾਡੇ ਮਗਰ ਆਉਣਗੇ, ਜਿੰਨਾ ਡਰੋਗੇ ਡਰ ਤੁਹਾਡੇ ਮਗਰ ਆਏਗਾ, ਜਿੰਨਾ ਤਗੜੇ ਹੋ ਕੇ ਖਲੋ ਜਾਓਗੇ, ਡਰ ਜਿਹੜਾ ਆਪਾਂ ਕਿਤੇ ਤੁਰੇ ਜਾਈਏ ਕੁੱਤੇ ਮਗਰ ਪੈ ਦੇ ਖਲੋ ਜੇ ਕੋਈ ਪਿੱਛੇ ਹਟ ਜਾਂਦੇ ਨੇ, ਜਿੰਨਾ ਤੁਸੀਂ ਤਗੜੇ ਹੋ ਜਾਓਗੇ, ਸਟਰੋਂਗ ਹੋ ਜਾਓਗੇ, ਡਰ ਭੱਜਣਾ ਸ਼ੁਰੂ ਹੋ ਜਾਏਗਾ। ਤੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਸਦਾ ਚਾਅ 'ਚ ਰਹਿਣ ਦੀ ਗੱਲ ਕਹੀ ਹੈ। ਸਤ ਸੁਹਾਣ ਸਦਾ ਮਨ ਚਾਹੋ, ਚੜ੍ਹਦੀ ਕਲਾ 'ਚ ਰਹਿਣਾ। ਆਪਣੇ ਅੰਦਰਲੀ ਪਾਵਰ ਨੂੰ ਬਣਾਉਣ ਦਾ ਇੱਕ ਤਰੀਕਾ ਹੈ, ਪਹਿਲੀ ਗੱਲ ਪਰ ਕਾ ਬੁਰਾ ਨਾ ਰੱਖੋ ਚੀਤ, ਕਦੀ ਕਿਸੇ ਦਾ ਬੁਰਾ ਨਾ ਚਿਤੋ। ਦੂਜੀ ਗੱਲ, ਜੋ ਰੱਬ ਨੇ ਸਾਨੂੰ ਦਾਤਾਂ ਦਿੱਤੀਆਂ ਨਾ, ਬਹੁਤ ਕੁਝ ਦਿੱਤਾ ਹੈ, ਹਰ ਮਨੁੱਖ ਨੂੰ ਬਹੁਤ ਕੁਝ ਦਿੱਤਾ ਹੈ, ਕਿਸੇ ਨੂੰ ਘੱਟ ਨਹੀਂ ਦਿੱਤਾ। ਬਾਬਾ ਭੀਖਾ ਸਾਹਿਬ ਜੀ ਨੇ ਇੱਕ ਗੱਲ ਕੀ, ਭੀਖਾ ਭੂਖਾ ਕੋ ਨਹੀਂ, ਸਭ ਕੀ ਗਠੜੀ ਲਾਲ। ਕਹਿਣਗੇ ਕੋਈ ਭੁੱਖਾ ਨਹੀਂ ਹੈ, ਕੋਈ ਗਰੀਬ ਨਹੀਂ ਹੈ, ਹਰ ਮਨੁੱਖ ਦੇ ਅੰਦਰ ਲਾਲ ਹੀਰੇ ਭਰੇ ਪਏ ਨੇ। ਕੋਈ ਕਹਿਣ ਲੱਗਾ ਦੇਖਦੇ ਨਹੀਂ, ਲੋਕੀ ਸੜਕਾਂ ਤੇ ਖੜੇ ਨੇ, ਲੋਕੀ ਗਰੀਬ ਨੇ, ਲੋਕੀ ਦੁਖੀ ਨੇ, ਤੁਸੀਂ ਕਹਿੰਦੇ ਸਭ ਕੀ ਗਠੜੀ ਲਾਲ, ਇਹ ਭੁੱਖੇ ਹੀ ਨੇ ਤਾਂ ਹੀ ਖੜੇ ਨੇ। ਕਹਿਣਗੇ ਦਰਅਸਲ ਇਹਨਾਂ ਦੇ ਭੁੱਖੇ ਹੋਣ ਦਾ ਕਾਰਨ ਕਿ ਗਠੜੀ ਖੋਲਣ ਦੇਖਿਓ, ਇਹ ਵਿੱਚ ਪਿਓ ਬਿਹਾਲ, ਇਹਨੇ ਆਪਣੀ ਗਠੜੀ ਖੋਲ ਕੇ ਨਹੀਂ ਦੇਖੀ ਕਦੀ, ਇਸ ਕਰਕੇ ਇਹ ਗਰੀਬ ਹੈ। ਅਸੀਂ ਦੁਖੀ ਤਾਂ ਕਿ ਕਦੀ ਅਸੀਂ ਆਪਣੇ ਆਪ ਨੂੰ ਖੋਜਿਆ ਨਹੀਂ ਹੈ। ਗੁਰਬਾਣੀ ਕਹਿੰਦੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ, ਉਹ ਆਪਣੀ ਪੜਚੋਲ ਕਰੋ, ਸਾਡੀ ਵੈਲਿਊ ਕੀ ਹੈ। ਅਸੀਂ ਤੇ ਆਪਣੀ ਵੈਲਿਊ ਇੰਨੀ ਕੁ ਬਣਾ ਲਈ ਹੈ, ਇਲੈਕਸ਼ਨ ਆਈ ਕਿਸੇ ਕੋ 1000 ਰੁਪਇਆ ਲੈ ਕੇ ਵੋਟ ਪਾਤੀ, ਸਾਡੀ ਵੈਲਿਊ 1000 ਰੁਪਇਆ ਰਹਿ ਗਈ। ਕਿਸ ਨੇ ਸ਼ਰਾਬ ਦੀ ਬੋਤਲ ਲੈ ਕੇ ਵੋਟ ਪਾਤੀ, ਇੱਕ ਬੋਤਲ ਉਹਦੀ ਵੈਲਿਊ ਰਹਿ ਗਈ। ਇਹੀ ਵੈਲਿਊ ਬਣਾ ਲਈ ਨਾ ਮਨੁੱਖ ਨੇ ਆਪਣੀ। ਕਿਸੇ ਨੇ ਆਪਣਾ ਮਾੜਾ ਮੋਟਾ ਕੰਮ ਕਰਾ ਲਿਆ, ਕਿਸੇ ਨੇ ਕੋਟਾ ਲੈ ਲਿਆ ਐਮਐਲਏ ਦਾ, ਇਹਦੇ ਬਦਲੇ ਵੋਟਾਂ ਪਾ ਦਿੱਤੀਆਂ। ਅਸੀਂ ਆਪਣੀ ਵੈਲਿਊ ਨੂੰ ਆਪ ਡੇਗੇ ਹੈ। ਅਸੀਂ ਇਸ ਧਰਤੀ ਦੇ ਮਾਲਕ ਹਾਂ। ਗੁਰਬਾਣੀ ਰਾਹੀਂ ਪ੍ਰਮਾਤਮਾ ਦੇ ਪਿਆਰ ਜੁੜ ਕੇ ਆਪਣੀ ਸਵੈ ਪੜਚੋਲ ਕਰਿਆ ਕਰੋ। ਗੁਰਬਾਣੀ ਕਹਿੰਦੀ ਕਹੋ ਕਬੀਰ ਇਹ ਰਾਮ ਕੀ ਅੰਸ਼, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸਾਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੈ, ਜੇ ਸਦਾ ਚਾਓ 'ਚ ਰਹਿਣਾ, ਅੰਦਰੋਂ ਤਗੜੇ ਰਹਿਣਾ ਤੇ ਕਦੀ ਕਲਮ ਤੇ ਕਾਗਜ਼ ਲੈ ਕੇ ਬੈਠ ਕੇ ਸੋਚਿਆ ਕਰੋ ਅੱਜ ਤੱਕ ਰੱਬ ਨੇ ਕਿੰਨਾ ਕੁਝ ਤੁਹਾਨੂੰ ਦਿੱਤਾ ਹੈ। ਬਚਪਨ ਤੋਂ ਲੈ ਕੇ ਗਿਣੋ ਕਿੰਨੀਆਂ ਦਾਤਾਂ ਦਿੱਤੀਆਂ ਨੇ, ਉਹਨਾਂ ਦੀ ਕੀਮਤ ਪਾਓ, ਤੁਸੀਂ ਪਾ ਨਹੀਂ ਸਕਦੇ। ਸਵਾਸਾਂ ਦੀ ਕੀਮਤ ਨਹੀਂ ਹੈ, ਪਰਿਵਾਰ ਦੀ ਕੀਮਤ ਨਹੀਂ ਹੈ, ਤੰਦਰੁਸਤੀ ਦੀ ਕੀਮਤ ਨਹੀਂ ਹੈ। ਜੋ ਕੁਝ ਪ੍ਰਮਾਤਮਾ ਨੇ ਦਿੱਤਾ ਹੈ ਅਮੋਲ ਵੀ ਹੈ ਤੇ ਅਨੰਤ ਵੀ ਹੈ। ਜਦੋਂ ਤੁਸੀਂ ਪ੍ਰਮਾਤਮਾ ਦੀਆਂ ਦਿੱਤੀਆਂ ਉਹਨਾਂ ਦਾਤਾਂ ਵੱਲ ਨਜ਼ਰ ਮਾਰੋਗੇ
ਤੁਸੀਂ ਆਪਣੇ ਆਪ ਨੂੰ ਸਾਰੀ ਦੁਨੀਆ ਤੋਂ ਜ਼ਿਆਦਾ ਅਮੀਰ ਸਮਝੋਗੇ। ਜੇ ਜ਼ਿੰਦਗੀ 'ਚ ਚਾਓ 'ਚ ਰਹਿਣਾ ਤੇ ਘਰ ਬੈਠੇ ਸੋਚਿਆ ਕਰੋ, ਲੱਖਾਂ ਨਹੀਂ ਕਰੋੜਾਂ ਲੋਕਾਂ ਕੋਲ ਘਰ ਨਹੀਂ, ਸਾਨੂੰ ਤੇ ਵਾਹਿਗੁਰੂ ਜੀ ਨੇ ਸੋਹਣਾ ਘਰ ਦਿੱਤਾ ਹੈ, ਅੰਦਰ ਚਾਓ ਆ ਜਾਏਗਾ। ਰੋਟੀ ਖਾਣ ਲੱਗਿਆਂ ਸੋਚਿਆ ਕਰੋ, ਬਹੁਤ ਸਾਰੇ ਲੋਕ ਸੜਕਾਂ ਤੇ ਮੰਗਦੇ ਫਿਰਦੇ, ਸਾਨੂੰ ਤੇ ਘਰ 'ਚ ਦੋਏ ਟਾਈਮ ਇਹੋ ਜਿਹੇ ਔਖੇ ਵੇਲੇ ਵੀ ਰੋਟੀ ਮਿਲ ਰਹੀ ਹੈ, ਅੰਦਰ ਚਾਓ ਆ ਜਾਏਗਾ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤੇ ਠਾਕਰ ਕੋ ਰਖ ਮਨ ਮਾਹੇ। ਸਤਿਗੁਰੂ ਜੀ ਕਹਿੰਦੇ ਜਿਸ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਇੰਨੇ ਸੋਹਣੇ ਭੋਜਨ ਖਾਣਾ, ਉਹਨੂੰ ਚੇਤੇ ਕਰ ਲਿਆ ਕਰ। ਅੰਦਰੋਂ ਚਾਓ ਚ ਰਹੋਗੇ ਤੇ ਤੁਸੀਂ ਸਦਾ ਹੀ ਮਜ਼ਬੂਤ ਰਹੋਗੇ। ਫਿਰ ਦੁੱਖ ਆਪਣੇ ਆਪ ਤੁਹਾਡੇ ਤੋਂ ਭੱਜਣੇ ਸ਼ੁਰੂ ਹੋ ਜਾਣਗੇ, ਪਰ ਜੇ ਦੁੱਖਾਂ ਤੋਂ ਭੱਜੋਗੇ, ਡਰੋਗੇ, ਦੁੱਖ ਫਿਰ ਤੁਹਾਡੇ ਤੇ ਭਾਰੂ ਹੋ ਜਾਣਗੇ। ਸਤਿਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਦੇਖਿਆ ਅਸੰਖਾਂ ਹੀ ਚੰਗੇ ਲੋਕ ਨੇ, ਇੱਕ ਤੋਂ ਇੱਕ ਚੜ੍ਹਦੀਆਂ। ਮੈਂ ਬੇਨਤੀ ਕਰਾਂ, ਇਹ ਧਰਤੀ ਜੇ ਚੱਲ ਰਹੀ ਹੈ ਚੰਗੇ ਲੋਕਾਂ ਕਰਕੇ ਚੱਲ ਰਹੀ ਹੈ। ਮਤਾਂ ਸੋਚਣਾ ਕੋਈ ਗੌਰਮੈਂਟ ਇਸ ਮੁਲਕ ਨੂੰ ਚਲਾ ਰਹੀ ਹੈ। ਗੌਰਮੈਂਟਾਂ ਤਾਂ ਤੁਸੀਂ ਦੇਖ ਲਿਆ ਹਾਲਾਤ ਕੀ ਨੇ, ਕਿੰਨਾ ਕੁ ਸਾਡੀ ਸਾਰ ਲੈਣੀਆਂ ਨੇ ਗੌਰਮੈਂਟਾਂ। ਗੌਰਮੈਂਟ ਨਹੀਂ, ਇਹ ਮੁਲਕ ਜਾਂ ਇਹ ਸਮਾਜ, ਇਹ ਕੌਮ ਜਾਂ ਜੋ ਵੀ ਇਹ ਮਨੁੱਖੀ ਸਭਿਅਤਾ ਹੈ, ਇਹ ਚੱਲਦੀ ਹੈ ਧਰਮੀ ਲੋਕਾਂ ਕਰਕੇ, ਨੇਕ ਇਨਸਾਨਾਂ ਕਰਕੇ, ਜਿਹੜੇ ਦੁੱਖਾਂ ਵੇਲੇ ਵੀ ਮਨੁੱਖਤਾ ਦੀ ਬਾਂਹ ਫੜਦੇ ਨੇ। ਉਹ ਸਾਹਮਣੇ ਨਹੀਂ ਆਉਂਦੇ। ਅਸੰਖਾਂ ਬੇਅੰਤ ਇਹੋ ਜਿਹੇ ਲੋਕ ਨੇ। ਸਤਿਗੁਰੂ ਜੀ ਕਹਿੰਦੇ ਜਦੋਂ ਮੈਂ ਦੇਖਿਆ ਇੱਕ ਤੋਂ ਇੱਕ ਚੜ੍ਹਾਉਂਦੀਆਂ, ਕੌਣ ਜਾਣੇ ਮੇਰਾ ਨਾਮ ਜਿਓ। ਮੈਂ ਤੇ ਥੋੜੀ ਜਿਹੀ ਗੁਰਦੁਆਰੇ ਸੇਵਾ ਕਰਕੇ ਕਹਿੰਦਾ ਉੱਥੇ ਪੱਥਰ ਲਗਾ ਦਿਓ ਜੀ ਮੇਰਾ। ਪੱਥਰ ਗੁਰਦੁਆਰਿਆਂ 'ਚ ਕਿ ਮੜੀਆਂ 'ਚ ਲੋਕਾਂ ਨੇ ਉੱਥੇ ਨਾਂ ਲਿਖਾਉਣੇ ਸ਼ੁਰੂ ਕਰਤੇ। ਇਹੋ ਜਿਹੇ ਵੀ ਦਾਨੀ ਨੇ, ਮੜੀਆਂ 'ਚ ਨਾਂ ਲਿਖੇ ਹੋਏ ਨੇ। ਅਸੀਂ ਤੇ ਇੱਥੇ ਕੁਝ ਅੜੇ ਹੋਏ ਹਾਂ। ਪਰ ਜਦੋਂ ਤੁਸੀਂ ਦੇਖੋਗੇ ਬੇਅੰਤ ਵਧੀਆ ਤੋਂ ਵਧੀਆ ਇਨਸਾਨ ਧਰਤੀ ਤੇ ਨੇ। ਸਾਡਾ ਤੇ ਨਾਂ ਹੀ ਕੋਈ ਨਹੀਂ ਹੈ। ਸਾਹਿਬ ਕਹਿੰਦੇ ਇੱਕ ਤੋਂ ਇੱਕ ਚੱਲਣਦੀਆਂ, ਇੱਕ ਤੋਂ ਇੱਕ ਪਰੇ ਨੇ ਰੱਬ ਦੇ ਪਿਆਰ ਜੁੜੇ, ਪਰਉਪਕਾਰੀ ਜੁੜੇ। ਭਾਈ ਮੇਰਾ ਇੱਥੇ ਨਾਂ ਕੌਣ ਜਾਣਦਾ, ਮੈਂ ਰੱਬ ਤੱਕ ਕਿਵੇਂ ਪਹੁੰਚ ਬਣਾ ਸਕਦਾ ਹਾਂ। ਜਿਨੀ ਸਖੀ ਸਹੁਰਾਵਿਆ ਸੇ ਅੰਬੀ ਛਾਵੜੀਏ ਜੀਓ। ਜਿਨ੍ਹਾਂ ਜੀਵ ਰੂਪੀ ਸਖੀਆਂ ਨੇ, ਭੈਣਾਂ ਨੇ ਸਹੁਰਾਵਿਆ, ਉਸ ਵਾਹਿਗੁਰੂ ਜੀ ਦੇ ਪਿਆਰ ਨੂੰ ਮਾਣ ਲਿਆ, ਪ੍ਰਾਪਤ ਕਰ ਲਿਆ, ਉਹ ਜ਼ਿੰਦਗੀ 'ਚ ਕਿਵੇਂ ਸੁਖੀ ਹੁੰਦੇ ਨੇ। ਦੇਖੋ ਉਸ ਸੁੱਖ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਲੇਕਿਨ ਉਸ ਸੁੱਖ ਨੂੰ ਬਿਆਨ ਕਰਨ ਦੇ ਲਈ ਅਸੀਂ ਦੁਨਿਆਵੀ ਉਦਾਹਰਨਾਂ ਦੇਵੇਂਗਾ ਨਾ। ਜਿਵੇਂ ਕਹਿੰਦੇ ਗੂੰਗੇ ਕੀ ਮਠਿਆਈ, ਗੂੰਗਾ ਗੁੜ ਖਾ ਲੇ ਤੇ ਉਹਨੂੰ ਆਨੰਦ ਆਉਂਦਾ ਸੀ, ਗੁੜ ਦੀ ਉਦਾਹਰਨ ਦੇਤੀ। ਸਤਿਗੁਰੂ ਜੀ ਨੇ ਬੜੀ ਪਿਆਰੀ ਉਦਾਹਰਨ ਦਿੱਤੀ ਹੈ। ਗਰਮੀਆਂ ਦੇ ਦਿਨ ਹੋਣ, ਜ਼ਿਮੀਂਦਾਰ ਕਿਤੇ ਕੰਮ ਕਰਦਾ ਜਾਂ ਅਸੀਂ ਕਿਤੇ ਸਫ਼ਰ 'ਚ ਤੁਰੇ ਆ ਰਹੇ ਹਾਂ, ਧੁੱਪ ਦੇ ਵਿੱਚ ਤੁਰੇ ਆ ਰਹੇ ਹਾਂ, ਅੱਗੇ ਅੰਬ ਹੋਏ, ਦੁਪਹਿਰ ਵੇਲੇ ਅੰਬ ਦੀ ਛਾਂ ਹੇਠ ਬੈਠੋ ਨਾ। ਕਿਉਂਕਿ ਸਤਿਗੁਰੂ ਜੀ ਕਰਤਾਰਪੁਰ ਦੇ ਇਲਾਕੇ ਚ ਰਹੇ, ਜ਼ਿਲ੍ਹਾ ਗੁਰਦਾਸਪੁਰ, ਅੰਬਾਂ ਦੀ ਧਰਤੀ, ਪਹਾੜ ਦੇ ਨਾਲ ਨਾਲ ਕਿੰਨੇ ਅੰਬ ਹੁੰਦੇ ਨੇ। ਸਤਿਗੁਰੂ ਜੀ ਨੇ ਉਦਾਹਰਣ ਵੀ ਉਹੋ ਜਿਹੀ ਦਿੱਤੀ ਹੈ। ਜਿਵੇਂ ਅੰਬਾਂ ਦੀ ਠੰਡੀ ਛਾਂ ਹੁੰਦੀ ਹੈ, ਗਰਮੀਆਂ ਦੇ ਦਿਨ ਤੁਸੀਂ ਥੱਕੇ ਟੁੱਟੇ ਆਉਂਦੇ ਹੋ ਸਫ਼ਰ ਦੇ, ਤੇ ਠੰਡੀ ਛਾਂ 'ਚ ਬੈਠ ਕੇ ਕਿੰਨਾ ਆਨੰਦ ਹੈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਪਿਆਰ ਪ੍ਰਾਪਤ ਕਰ ਲਿਆ ਨਾ, ਬਿਲਕੁਲ ਉੱਦਾਂ ਜਿਵੇਂ ਕੋਈ ਥੱਤਿਆ ਟੁੱਕਿਆ ਜਾਂ ਐਵੇਂ ਕਹਿ ਲਓ ਧੁੱਪ ਦਾ ਸਤਾਇਆ, ਛਾਂ ਅੰਬ ਦੀ ਛਾਂ ਹੇਠ ਬੈਠ ਜੇ ਕਿੰਨਾ ਸੁੱਖ ਮਿਲਦਾ ਹੈ। ਪਰਮਾਤਮਾ ਦੇ ਪਿਆਰ 'ਚ ਉਹ ਵੀ ਇਸੇ ਛਾਂ ਨੂੰ ਮਾਣਦਾ ਹੈ, ਆਨੰਦ ਨੂੰ ਮਾਣਦਾ ਹੈ। ਸੇ ਗੁਣ ਮੰਨਣਾ ਆਵਨੀ ਹਉ ਕਾ ਜੀ ਦੋਸਤ ਰਿਓ ਜੀਓ। ਜੇ ਮੇਰੀ ਜ਼ਿੰਦਗੀ ਅੰਦਰ ਦੁੱਖ ਹੈ, ਮੈਂ ਪਰੇਸ਼ਾਨ ਹੈ, ਤੇ ਮੈਂ ਕਿਸ ਨੂੰ ਕੀ ਦੋਸ਼ ਦੇਵਾਂ। ਦੱਦੇ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। परमात्मा ਨੂੰ ਦੋਸ਼ ਨਾ ਦਿਆ ਕਰੋਗੇ परमात्मा ने महामारी ਲੈਂਤੀ ਹੈ, परमात्मा ने दुख, परमात्मा कदी नहीं लियाना चाहता महामारी, परमात्मा कदी दुख नहीं लियाना चाहता, परमात्मा कदी जी ਨੂੰ दुख देना ही नहीं चाहता। ਅਸੀਂ परमात्मा ਦੇ ਬੱਚੇ ਆ, ਕੋਈ ਮਾਂ ਪਿਓ ਚਾਹੁੰਦਾ ਉਹਦੇ ਬੱਚੇ ਮਰ ਜਾਣ? कदी नहीं चाहता। ਅਸੀਂ परमात्मा ਦੇ ਬੱਚੇ ਆ, लेकिन जे अज ਅਸੀਂ दुखी ਆ ना, ਉਹ ਇਹ ਮਨੁੱਖ ਦੀਆਂ ਮਨ ਮਰਜ਼ੀਆਂ ਕਰਕੇ ਦੁਖੀ ਆ। ਉਹ ਬੰਦੇ ਨੇ ਤੇ ਪਹਾੜ ਵੱਢ ਵੱਢ ਕੇ ਵੇਚ ਦਿੱਤੇ, ਗੌਰਮੈਂਟਾਂ ਨੂੰ ਪਤਾ ਹੀ ਨਹੀਂ ਹੈ। ਬੰਦੇ ਨੇ ਦਰਿਆ ਵੱਢ ਵੱਢ ਕੇ ਵੇਚ ਦਿੱਤੇ, ਅਸੀਂ ਦਰਿਆ ਸੁਕਾ ਦਿੱਤੇ। ਕਦੀ ਦੇਖੋ ਨਾ ਸਤਲੁਜ ਦਰਿਆ ਸੁੱਕਾ ਪਿਆ, ਲੁਧਿਆਣੇ ਦਾ ਬੁੱਢਾ ਨਾਲਾ ਖਤਮ ਹੋ ਗਿਆ। ਇਹ ਰੱਬ ਨੇ ਸਾਡੇ ਸੁੱਖਾਂ ਲਈ ਬਣਾਏ ਸਨ ਦਰਿਆ, ਅਸੀਂ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਸਮਝਿਆ ਨਾ। ਅਸੀਂ ਦਰਖਤ ਵੱਢ ਵੱਢ ਕੇ, ਜੰਗਲ ਵੱਢ ਵੱਢ ਕੇ ਸੋਚਿਆ ਬੜੇ ਅਮੀਰ ਬਣ ਜਾਵਾਂਗੇ। ਪਿੰਡਾਂ ਦੇ ਵੱਡੇ ਵੱਡੇ ਬੋਰਡ ਸਨ, ਉਹ ਇੱਕ ਦੋ ਚੌਧਰੀਆਂ ਨੇ ਵੱਢ ਵੱਢ ਕੇ 4 ਪੈਸੇ ਕਮਾ ਲਏ ਤੇ ਪਿੰਡ ਨੂੰ ਮਾਰੂਥਲ ਬਣਾ ਦਿੱਤਾ, ਗਰਕ ਬਣਾ ਦਿੱਤਾ। ਅੱਜ ਉਹਨਾਂ ਪਿੰਡਾਂ 'ਚ ਕੋਇਲਾ ਨਹੀਂ ਬੋਲਣਗੀਆਂ, ਉਹਨਾਂ ਪਿੰਡਾਂ ਦੇ ਵਿੱਚ ਕਦੀ ਪੰਛੀ ਆਲਣੇ ਨਹੀਂ ਪਾਉਣਗੇ, ਚਿੜੀਆਂ ਨਹੀਂ ਬੋਲਣਗੀਆਂ। ਜਿੱਥੇ ਦਰਖਤ ਹੀ ਵੱਢ ਦਿੱਤੇ ਨੇ ਉੱਥੇ ਠੰਡੀ ਛਾਂ ਕਿੱਥੇ ਮਿਲੇਗੀ? ਇਸ ਧਰਤੀ ਨੂੰ ਬਰਬਾਦ ਅਸੀਂ ਕਰਨਾ ਸ਼ੁਰੂ ਕੀਤਾ। ਰੱਬ ਕਦੀ ਦੁੱਖ ਨਹੀਂ ਦਿੰਦਾ। ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਲਿਖੀ ਹੈ ਕਿ ਲੋਕੀ ਭੁਚਾਲ ਨਾਲ ਨਹੀਂ ਮਰਦੇ। ਭੁਚਾਲ ਨਾਲ ਮੱਛੀਆਂ ਕਿਉਂ ਨਹੀਂ ਮਰਦੀਆਂ? ਭੁਚਾਲ ਨਾਲ ਪੰਛੀ ਕਿਉਂ ਨਹੀਂ ਮਰਦੇ? ਹਜ਼ਾਰਾਂ ਭੁਚਾਲ ਹੁੰਦੇ ਨੇ ਸਮੁੰਦਰ 'ਚ, ਕਦੀ ਕੋਈ ਮੱਛੀ ਮਰੀ ਦੇਖੀ ਹੈ? ਕਦੀ ਕੋਈ ਪੰਛੀ ਮਰਿਆ ਦੇਖਿਆ? ਜੰਗਲ 'ਚ ਵੀ ਜਿਹੜੇ ਭੁਚਾਲ ਹੁੰਦੇ, ਮਨੁੱਖ ਕਿਉਂ ਨਹੀਂ ਮਰਦੇ? ਮਨੁੱਖ ਇਸ ਕਰਕੇ ਮਰਦੇ, ਮਨੁੱਖ ਨੇ ਬਿਲਡਿੰਗਾਂ ਬੇਈਮਾਨੀ ਨਾਲ ਬਣਾਈਆਂ ਨੇ। ਉਹਦੇ ਵਿੱਚ ਬੇਈਮਾਨੀ ਦੇ ਨਾਲ ਬਿਲਡਿੰਗਾਂ ਖੜੀਆਂ ਕੀਤੀਆਂ, ਬਿਲਡਿੰਗਾਂ ਹੇਠ ਮਰ ਕੇ ਨੇ, ਭੁਚਾਲ ਨਾਲ ਨਹੀਂ ਮਰਦੇ, ਬਿਲਡਿੰਗਾਂ ਹੇਠ ਆ ਕੇ ਮਰਦੇ ਨੇ।
ਇਸ ਕਰਕੇ ਅਸੀਂ ਜ਼ਿੰਦਗੀ 'ਚ ਕੰਮ ਹੀ ਇਹੋ ਜਿਹੇ ਕਰਦੇ, ਦੁੱਖਾਂ ਦਾ ਕਾਰਨ ਇਹ ਹੈ ਸੇ ਗੁਣ ਮੰਝ ਨਾ ਆਮਨੀ ਹੁਣ ਕਹਿ ਜੀ ਦੋਸ ਧਰਿਓ ਜੀਓ। ਮੇਰੇ ਵਿੱਚ ਤੇ ਗੁਣ ਹੀ ਨਹੀਂ ਗੇ ਤੇ ਮੈਂ ਕਿਸੇ ਨੂੰ ਦੋਸ਼ ਕੀ ਦੇਵਾਂ, ਮੈਂ ਆਪ ਔਗੁਣੇ ਆ ਰਹੀ ਹਾਂ। ਅਸੀਂ ਸਮਾਜ ਵਿੱਚ ਡਿੱਗਦੇ ਜਾਂਦੇ, ਦੋਸ਼ ਪ੍ਰਮਾਤਮਾ ਨੂੰ ਨਹੀਂ ਦੇਣਾ ਚਾਹੀਦਾ। ਦੇਖੋ ਨਾ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨਾ ਰਹਿਓ ਕੋਈ, ਭਾਈ ਬੰਦੀ ਹੇਤ ਚਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਹਰ ਬੰਦਾ ਕਹਿੰਦਾ ਕਿ ਪੈਸੇ ਹੋਣਾ ਚਾਹੀਦਾ ਹੈ, ਬੰਦੇ ਦਾ ਕਸੂਰ ਕੋਈ ਨਹੀਂ, ਬੰਦੇ ਨੂੰ ਸਕੂਲਾਂ 'ਚ ਸਿਖਾਇਆ ਹੀ ਪੈਸਾ ਕਮਾਉਣਾ ਜਾਂਦਾ ਹੈ। ਸਕੂਲ ਉਸ 'ਚ ਅਸੀਂ ਪਾਉਂਦੇ ਜਿੱਥੇ ਬੱਚਾ ਵਧੀਆ ਪੜ੍ਹ ਕੇ ਵਧੀਆ ਨੌਕਰੀ 'ਤੇ ਜਾਏ, ਬਹੁਤੇ ਪੈਸੇ ਕਮਾਏ, ਡਾਕਟਰ ਬਣ ਕੇ ਬਹੁਤੇ ਪੈਸੇ ਕਮਾਏ, ਇੰਜੀਨੀਅਰ ਬਣ ਕੇ ਬਹੁਤੇ ਪੈਸੇ ਕਮਾਏ, ਅਮਰੀਕਾ ਕੈਨੇਡਾ ਜਾ ਕੇ ਬਹੁਤੇ ਪੈਸੇ ਕਮਾਏ। ਤੇ ਸਕੂਲਾਂ ਵਾਲੇ ਵੀ ਸਾਨੂੰ ਕੋਈ ਇਨਸਾਨ ਬਣਾਉਣ ਲਈ ਥੋੜ੍ਹਾ ਬੈਠੇ ਨੂੰ, ਪੈਸੇ ਕਮਾਉਣ ਲਈ ਬੈਠੇ ਨੇ। ਉਹ ਪਹਿਲਾਂ ਕਹਿੰਦੇ ਪੈਸੇ ਲਿਆਓ ਤੇ ਫਿਰ ਤੁਹਾਨੂੰ ਕੁਝ ਦੇਵਾਂਗੇ ਅੱਗੇ। ਉਹ ਪੈਸੇ ਕਮਾਉਣ ਲਈ, ਹਸਪਤਾਲਾਂ ਵਾਲੇ ਤੁਹਾਨੂੰ ਤੰਦਰੁਸਤ ਕਰਨ ਲਈ ਨਹੀਂ ਹੈ। ਜੇ ਤੁਹਾਡੇ ਕੋਲ ਪੈਸੇ ਨਹੀਂ ਤੇ ਤੁਹਾਨੂੰ ਬਿਲਕੁਲ ਤੰਦਰੁਸਤ ਨਹੀਂ ਦੇਣਗੇ। ਉਹ ਤੇ ਪੈਸੇ ਕਮਾਉਣ ਲਈ ਬੈਠੇ ਨੇ, ਕਿਉਂਕਿ ਉਹਨਾਂ ਨੂੰ ਸਕੂਲਾਂ ਕਾਲਜਾਂ 'ਚ, ਮੈਡੀਕਲ ਕਾਲਜਾਂ 'ਚ ਸਿਖਾਇਆ ਹੀ ਪੈਸੇ ਕਮਾਉਣਾ ਗਿਆ। ਮਨੁੱਖ ਨੇ ਪੈਸੇ ਬੜੇ ਕਮਾ ਲਏ ਨੇ। ਸਕੂਲਾਂ ਕਾਲਜਾਂ 'ਚੋਂ ਪੈਸੇ ਦੀਆਂ ਮਸ਼ੀਨਾਂ ਕੱਢੀਆਂ ਜਾਂਦੀਆਂ ਨੇ ਬਾਹਰ। ਅਸੀਂ ਬੱਚਿਆਂ ਨੂੰ ਪੈਸਿਆਂ ਦੀਆਂ ਮਸ਼ੀਨਾਂ ਕਮਾਉਣ ਵਾਲੀਆਂ ਬਣਾ ਦਿੱਤਾ। ਹੁਣ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਨੇ ਤੁਹਾਡੇ ਗੋਡੇ ਨਹੀਂ ਘੁੱਟਣੇ, ਉਹਨਾਂ ਨੇ ਤੁਹਾਨੂੰ ਪੱਖਾ ਨਹੀਂ ਚੱਲਣਾ, ਉਹਨਾਂ ਨੇ ਤੁਹਾਨੂੰ ਰੋਟੀ ਨਹੀਂ ਦੇਣੀ, ਕਿਉਂ? ਇਹ ਤੁਸੀਂ ਬਣਾਇਆ ਉਹਨਾਂ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ। ਧਰਤੀ ਤੇ ਡਾਕਟਰਾਂ ਦੀ ਲੋੜ ਹੈ, ਕੋਈ ਸ਼ੱਕ ਨਹੀਂ ਹੈ। ਧਰਤੀ ਤੇ ਇੰਜੀਨੀਅਰਾਂ ਦੀ ਲੋੜ, ਪਰ ਧਰਤੀ ਤੇ ਇਨਸਾਨਾਂ ਦੀ ਲੋੜ ਹੈ, ਜਿਹੜੇ ਧਰਤੀ ਨੂੰ ਬਚਾ ਸਕਣ। ਮਨੁੱਖਾਂ ਦੀ ਲੋੜ ਹੈ। ਇਸ ਕਰਕੇ ਜਿੰਨਾ ਚਿਰ ਅਸੀਂ ਜ਼ਿੰਦਗੀ 'ਚ ਉਹ ਗੁਣ ਨਹੀਂ ਧਾਰਨ ਕਰਾਂਗੇ, ਉਹਨਾਂ ਚਿਰ ਅਸੀਂ ਦੁਖੀ ਰਵਾਂਗੇ। ਜੇ ਗੁਣ ਨਹੀਂ ਹੈ ਤੇ ਅਸੀਂ ਕਿਸੇ ਨੂੰ ਕੋਈ ਦੋਸ਼ ਨਹੀਂ ਦੇ ਸਕਦੇ ਜ਼ਿੰਦਗੀ ਅੰਦਰ ਦੁੱਖਾਂ ਕਰਕੇ। ਸਤਿਗੁਰੂ ਸਾਹਿਬ ਜੀ ਅੱਗੇ ਬਚਨ ਕਹਿ ਰਹੇ ਹਨ, ਕਿਆ ਗੁਣ ਤੇਰੇ ਵਿਥਰਾ ਹੋ, ਕਿਆ ਕਿਆ ਕਿੰਨਾ ਤੇਰਾ ਨਾਉ ਜੀਓ। ਵਾਹਿਗੁਰੂ ਜੀ, ਮੈਂ ਤੇ ਔਗੁਣਾਂ ਨਾਲ ਭਰਿਆ ਹਾਂ, ਪਰ ਕਿਆ ਗੁਣ ਤੇਰੇ ਵਿਥਰਾ, ਮੈਂ ਤੁਹਾਡੇ ਕਿਹੜੇ ਕਿਹੜੇ ਗੁਣਾਂ ਦਾ ਵਿਸਥਾਰ ਕਰਾਂ, ਬਿਆਨ ਕਰਾਂ। ਤੁਸੀਂ ਤੇ ਹੈ ਹੀ ਗੁਣਾਂ ਦੇ ਸਮੁੰਦਰ ਹੋ। ਕਿਆ ਕਾ ਕਿੰਨਾ ਤੇਰਾ ਨਾਉ ਜੀਓ, ਜਿਹੜੇ ਤੁਹਾਡੇ ਪਿਆਰ 'ਚ ਜੁੜੇ ਨੇ ਉਹ ਤੇ ਤੁਹਾਡੇ ਬੇਅੰਤ ਨਾਮਾਂ ਨਾਲ ਤੁਹਾਨੂੰ ਚੇਤੇ ਕਰਦੇ ਨੇ। ਤੇ ਮੈਂ ਕਿਹੜਾ ਕਿਹੜਾ ਨਾਮ ਲੈ ਕੇ ਤੁਹਾਨੂੰ ਚੇਤੇ ਕਰਾਂ। ਵਾਹਿਗੁਰੂ ਜੀਓ, ਤੁਸੀਂ ਬੇਅੰਤ ਨਾਮਾਂ ਵਾਲੇ, ਬੇਅੰਤ ਗੁਣਾਂ ਵਾਲੇ ਹੋ, ਮੇਰੇ ਅੰਦਰ ਔਗੁਣ ਭਰੇ ਪਏ ਨੇ। ਦੇਖੋ, ਜ਼ਿੰਦਗੀ ਅੰਦਰ ਗੁਣਵਾਨ ਬਣਨ ਦਾ ਇੱਕੋ ਇੱਕ ਤਰੀਕਾ ਹੈ। ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਗੁਣ ਗਾਓ, ਰੋਜ਼ ਪ੍ਰਮਾਤਮਾ ਦੇ ਗੁਣ ਗਾਓ। ਜੇ ਪ੍ਰਮਾਤਮਾ ਦੇ ਗੁਣ ਗਾਓਗੇ ਤੁਸੀਂ ਵੀ ਗੁਣਵਾਨ ਬਣਦੇ ਜਾਓਗੇ। ਲੋਕਾਂ ਦੇ ਗੁਣ ਦੇਖੋਗੇ, ਗੁਣਵਾਨ ਬਣਦੇ ਜਾਓਗੇ। ਔਗੁਣ ਦੇਖੋਗੇ ਤੇ ਔਗੁਣ ਵਾਲੇ ਬਣਦੇ ਜਾਓਗੇ। ਪ੍ਰਮਾਤਮਾ ਦੇ ਗੁਣ ਗਾਓਗੇ, ਤੁਹਾਡੇ ਅੰਦਰੋਂ ਮੈਲ ਮਿਟਦੀ ਜਾਏਗੀ। ਗੁਣ ਗਾਵਤ ਤੇਰੀ ਉਤਰ ਸਮੈਲ। ਅਸੀਂ ਆਏ ਸਾਂ ਪ੍ਰਮਾਤਮਾ ਦੇ ਗੁਣ ਗਾਉਣ ਦੇ ਲਈ। ਪ੍ਰਮਾਤਮਾ ਦੇ ਗੁਣ ਗਾਉਣ ਦਾ ਅਰਥ ਇਹ ਨਹੀਂ ਕਿ ਅਸੀਂ ਪ੍ਰਮਾਤਮਾ ਦਾ ਅੰਤ ਲੈ ਲਵਾਂਗੇ। ਪ੍ਰਮਾਤਮਾ ਦਾ ਅੰਤ ਕੋਈ ਨਹੀਂ ਲੈ ਸਕਦਾ। ਪ੍ਰਮਾਤਮਾ ਦਾ ਅੰਤ ਨਾ ਕੋ ਪਾ ਸਕਿਆ, ਨਾ ਪਾ ਸਕਦਾ ਹੈ। ਪ੍ਰਮਾਤਮਾ ਦੇ ਗੁਣ ਇਸ ਕਰਕੇ ਗਾਉਣੇ ਕਿ ਅਸੀਂ ਵੀ ਗੁਣਵਾਨ ਬਣ ਜਾਈਏ। ਵਾਹਿਗੁਰੂ ਜੀ, ਮੈਂ ਤੁਹਾਡੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ ਜਿਹੜੇ ਤੁਹਾਡੇ ਪਿਆਰ ਜੁੜੇ ਤੇ ਬੇਅੰਤ ਤੁਹਾਡੇ ਗੁਣ ਗਾਇਨ ਕਰਦੇ ਹਨ। ਇੱਕ ਤਾਂ ਟੋਲ ਨਾ ਅੰਬੜਾ ਹਉ ਸਰ ਕੁਰਬਾਨ ਤੇਰਾ ਜਾਓ ਜੀਓ। ਟੋਲ ਕਹਿੰਦੇ ਨੇ ਪਦਾਰਥ ਨੂੰ। ਵਾਹਿਗੁਰੂ ਜੀ, ਜੋ ਤੁਸੀਂ ਮੈਨੂੰ ਕੀਮਤੀ ਦਾਤਾਂ ਦਿੱਤੀਆਂ ਨੇ, ਪਦਾਰਥਾਂ ਦਿੱਤੇ ਨੇ, ਮੈਂ ਤੇ ਤੁਹਾਡੇ ਉਹਨਾਂ ਪਦਾਰਥਾਂ ਰਾਹੀਂ ਵੀ ਤੁਹਾਡੇ ਤੱਕ ਨਾ ਪਹੁੰਚ ਸਕਿਆ। ਵਾਹਿਗੁਰੂ ਜੀ ਨੇ ਜੋ ਸਾਨੂੰ ਦਾਤਾਂ ਦਿੱਤੀਆਂ, ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਰੋਜ਼ ਅਸੀਂ ਪੜ੍ਹਦੇ, ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਕੋਈ ਵਾਹਿਗੁਰੂ ਜੀ ਦੀਆਂ ਦਿੱਤੀਆਂ ਦਾਤਾਂ ਨੂੰ ਉਹਦੀ ਨਿਸ਼ਾਨੀ ਜਾਣ ਕੇ ਪਰਮਾਤਮਾ ਦੇ ਗੁਣ ਗਾਉਂਦਾ। ਵਾਹਿਗੁਰੂ ਜੀ, ਤੁਸੀਂ ਬੜਾ ਸੋਹਣਾ ਮੈਨੂੰ ਘਰ ਦਿੱਤਾ। ਇਹ ਜਿੰਨੇ ਪਦਾਰਥ ਨੇ, ਆਮ ਧਾਰਮਿਕ, ਕਈ ਧਾਰਮਿਕ ਲੋਕਾਂ ਨੇ ਕਿਹਾ ਕਿ ਬੰਦਾ ਗ੍ਰਸਤ 'ਚ ਰਹਿ ਕੇ ਰੱਬ ਦੀ ਬੰਦਗੀ ਨਹੀਂ ਕਰ ਸਕਦਾ, ਜਾਂ ਸੰਸਾਰ 'ਚ ਸਮਾਜ 'ਚ ਰਹਿ ਕੇ ਬੰਦਗੀ ਨਹੀਂ ਕਰ ਸਕਦਾ। ਇਹ ਗੱਲ 'ਚ ਰੱਖਣਾ, ਸਭ ਤੋਂ ਜ਼ਿਆਦਾ ਬੰਦਗੀ ਗ੍ਰਸਤੀ ਕਰ ਸਕਦਾ। ਸਭ ਤੋਂ ਵਧੀਆ ਸਾਧਨ ਇੱਕ ਕਾਰੋਬਾਰ ਵਾਲੇ ਮਨੁੱਖ ਕੋ ਨੇ। ਜਦੋਂ ਘਰ ਵੜੇ ਰੱਬ ਦਾ ਧੰਨਵਾਦ ਕਰਦੇ ਵੀ ਤੇ ਰੱਬ ਦੀ ਬੰਦਗੀ ਹੈ। ਕਾਰੋਬਾਰ ਤੇ ਕਿ ਰੱਬ ਦਾ ਧੰਨਵਾਦ ਕਰਦੇ ਵੀ ਤੇ ਰੱਬ ਦੀ ਬੰਦਗੀ ਹੈ। ਧੀਆਂ ਪੁੱਤਰਾਂ ਨੂੰ ਦੇਖਿਆ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਵੀ ਤੇ ਰੱਬ ਦੀ ਬੰਦਗੀ ਹੈ। ਇਸ ਕਰਕੇ ਵਾਹਿਗੁਰੂ ਜੀ, ਮੈਂ ਤੇ ਤੁਹਾਡੇ ਇੱਕ ਵੀ ਪਦਾਰਥ ਦੇ ਰਾਹੀਂ ਤੁਹਾਡੇ ਤੱਕ ਨਹੀਂ ਪਹੁੰਚ ਸਕਿਆ। ਭਾਵ ਮੈਂ ਤੁਹਾਡਾ ਧੰਨਵਾਦ ਨਹੀਂ ਕੀਤਾ। ਸਾਨੂੰ ਵਾਹਿਗੁਰੂ ਜੀ ਨੇ ਕਿੰਨੇ ਮਹਾਨ ਪਦਾਰਥ ਦਿੱਤੇ। ਜਿੰਦੀਆ ਤੁਧ ਨੀਰ ਨਿਰਮੋਲਾ, ਜਿੰਦੀਆ ਤੁਧ ਪਵਨ ਅਮੋਲਾ। ਉਹ ਬੰਦਿਆ, ਤੈਨੂੰ ਅਮੋਲ ਪਵਨ ਦਿੱਤੀ ਸੀ, ਪਰ ਬੰਦੇ ਨੇ ਸੰਭਾਲੀ ਨਾ। ਪਵਨ ਦੀ ਪਤਾ ਕਿੰਨੀ ਵਡਿਆਈ ਹੈ। ਗੈਸ ਸਿਲੰਡਰ ਲੈਣ ਲਈ ਦੁਨੀਆ ਤਰਸ ਰਹੀ ਹੈ। ਬਲੈਕ 'ਚ ਵੇਚਣੇ ਸ਼ੁਰੂ ਕਰ ਦਿੱਤੇ ਬੰਦੇ ਨੇ। ਸਾਹ ਵੀ ਬਲੈਕ 'ਚ ਵੇਚਣੇ। ਬੰਦਾ ਇੰਨਾ ਭ੍ਰਿਸ਼ਟ ਹੋ ਗਿਆ ਕਿ ਬਲੈਕ ਵਿੱਚ ਆਕਸੀਜਨ ਵੇਚਣੀ ਸ਼ੁਰੂ ਕਰ, ਜਿਹੜੀ ਰੱਬ ਨੇ ਮੋਹ ਦਿੱਤੀ ਸੀ। ਉਹ ਇੱਕ ਸਿਲੰਡਰ ਲੈਨੇ ਆ, ਕਿਤੇ ਇੱਕ ਦਰਖਤ ਲਾ ਲਓ, ਇਸੇ ਚਾਚ ਇੱਕ ਦਰਖਤ ਲਾ ਲਓਗੇ ਤੇ ਕਿੰਨੇ ਸਿਲੰਡਰਾਂ ਦੀ ਆਕਸੀਜਨ ਸਾਨੂੰ ਮਿਲੇਗੀ। ਇੱਕ ਬਜ਼ੁਰਗ ਦੀ ਗੱਲ ਪੜ੍ਹ ਰਿਹਾ ਸਾਂ। ਬਜ਼ੁਰਗ ਕਹਿੰਦੇ ਗਿਆ ਹਸਪਤਾਲ ਦੇ ਅੰਦਰ, ਉਹਨੂੰ ਉਸ ਵੇਲੇ ਇੱਕ ਸਿਲੰਡਰ ਲਾਇਆ, ਆਕਸੀਜਨ ਮਿਲੀ, ਤੇ ਉਹ ਸਿਲੰਡਰ ਦੀ ਉਹਨੇ ਕੀਮਤ ਪੁੱਛੀ, ਡਾਕਟਰ ਨੇ ਦੱਸੀ, ਠੀਕ ਹੋ ਗਿਆ।
ਤੇ ਉਹ ਰੱਬ ਦਾ ਧੰਨਵਾਦ ਕਰਦਾ, ਸ਼ੁਕਰ ਕਰਦਾ, ਕਹਿੰਦਾ ਡਾਕਟਰ ਸਾਹਿਬ ਤੁਸੀਂ ਤੇ ਇੰਨੇ 'ਚ ਦਿੱਤਾ ਹੈ, ਤੇ ਰੱਬ ਨੇ ਤੇ ਮੁਫਤ ਹੀ ਸਾਨੂੰ ਆਕਸੀਜਨ ਦਿੱਤੀ ਹੋਈ ਹੈ। ਕਿੰਨੇ ਸੋਹਣੇ ਦਰਖਤ ਨੇ। ਇਹ ਮਨੁੱਖ ਰੱਬ ਦੀਆਂ ਦਿੱਤੀਆਂ ਦਾਤਾਂ ਦੀ ਕਦਰ ਨਹੀਂ ਕਰਦਾ, ਦਰਖਤਾਂ ਨੂੰ ਵੱਢੀ ਜਾਂਦਾ ਹੈ। ਭਈ ਕਿਤੇ ਵੀ ਚੱਲ ਜਾਓ ਦਰਖਤਾਂ ਦੀ ਕਦਰ ਨਹੀਂ ਕਰਦੇ। ਸਤਿਗੁਰੂ ਸਾਹਿਬ ਜੀ ਕਹਿੰਦੇ ਮੈਂ ਤੁਹਾਡੇ ਇੱਕ ਵੀ ਪਦਾਰਥ ਦੇ ਰਾਹੀਂ ਤੁਹਾਡੇ ਤੱਕ ਨਹੀਂ ਪਹੁੰਚ ਸਕਿਆ। ਜੇ ਰੱਬ ਤੱਕ ਪਹੁੰਚਣਾ ਹੋਏ ਜ਼ਰੂਰੀ ਨਹੀਂ ਕਿ ਧਰਮ ਸਥਾਨ ਰਾਹੀਂ ਪਹੁੰਚਿਆ ਜਾਂਦਾ। ਧਰਮ ਸਥਾਨ ਤੇ ਧਰਮ ਦੀ ਸੋਝੀ ਪ੍ਰਾਪਤ ਕਰਨੀ, ਗਿਆਨ ਪ੍ਰਾਪਤ ਕਰਨਾ, ਜੀਵਨ ਜਾਂਚ ਸਿੱਖਣੀ ਹੈ। ਰੱਬ ਤੱਕ ਪਹੁੰਚਣ ਲਈ ਤੇ ਤੁਸੀਂ ਕਿੱਥੇ ਜਿੱਥੇ ਬੈਠੋਗੇ ਉੱਥੋਂ ਪਹੁੰਚ ਸਕਦੇ ਹੋ। ਤੁਹਾਨੂੰ ਹਰ ਥਾਂ ਤੋਂ ਰੱਬ ਨਜ਼ਰ ਆ ਜਾਏਗਾ। ਰੱਬ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੋ, ਰੱਬ ਨਾਲ ਜੁੜਨ ਦਾ ਇੱਕ ਸਾਧਨ ਬਣ ਜਾਂਦਾ ਹੈ। ਪਰ ਵਾਹਿਗੁਰੂ ਜੀ ਮੈਂ ਤੇ ਤੁਹਾਡੇ ਇੱਕ ਵੀ ਪਦਾਰਥ ਦੇ ਰਾਹੀਂ ਤੁਹਾਡੇ ਤੱਕ ਮੈਂ ਨਹੀਂ ਪਹੁੰਚ ਸਕਿਆ। ਮੈਂ ਤੁਹਾਡੇ ਤੋਂ ਸਦਾ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ ਜੀ। ਸੋਨਾ ਰੂਪਾ ਰੰਗੁਲਾ ਮੋਤੀ ਤੇ ਮਾਨਕ ਜੀਓ। ਵਾਹਿਗੁਰੂ ਜੀ ਆ ਜਿਹੜਾ ਸੋਨਾ, ਚਾਂਦੀ, ਹੋਰ ਮੋਤੀ ਆਦਿਕ, ਹੋਰ ਅਨੇਕ ਤਰ੍ਹਾਂ ਦੇ ਹੀਰੇ ਰਤਨ ਜਵਾਹਰ ਆਦਿਕ ਵਿਸਰਿਆ ਦਾ ਤਾਰਾ। ਜਿਵੇਂ ਬੱਚਾ ਨਹੀਂ ਖਿਡੌਣਿਆਂ ਨਾਲ ਜੁੜ ਜੇ ਤੇ ਮਾਂ ਪਿਓ ਨੂੰ ਭੁੱਲ ਜਾਂਦਾ ਹੈ, ਅਸੀਂ ਖਿਡੌਣਿਆਂ ਦੇ ਨਾਲ ਜੁੜ ਕੇ ਪ੍ਰਮਾਤਮਾ ਨੂੰ ਭੁਲਾ ਦਿੱਤਾ। ਇਸ ਕਰਕੇ 300 ਲਾਇਆ ਚਿੱਤ ਜੀਓ। ਅਸੀਂ ਇਹਨਾਂ ਵਿੱਚ ਹੀ ਆਪਣੀ ਸੁਰਤ ਜੋੜ ਲਈ। ਜਿਸ ਪ੍ਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਹੈ ਨਾ, ਉਸ ਪ੍ਰਮਾਤਮਾ ਨੂੰ ਭੁਲਾ ਦਿੱਤਾ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਰਾਸ ਦਾ ਅਰਥ ਹੁੰਦੇ ਪੂੰਜੀ। ਪੂੰਜੀ ਉਹ ਹੁੰਦੀ ਜਿਹੜੀ ਤੁਹਾਡੇ ਨਾਲ ਨਿਭ ਸਕੇ। ਗੁਰਬਾਣੀ ਚ ਵਾਰ-ਵਾਰ ਕਿਹਾ ਹੈ ਕਿ ਆਪਾਂ ਪੂੰਜੀ ਇਕੱਤਰ ਕਰ ਲਈਏ, ਰਾਸ ਪੱਲੇ ਬੰਨ ਲਈਏ, ਜਿਹੜੀ ਔਖੇ ਵੇਲੇ ਕੰਮ ਆਏ ਉਹਨੂੰ ਆਪਾਂ ਰਾਸ ਕਹਿੰਦੇ ਆ। ਤੇ ਅਸੀਂ ਰਾਸ ਕਿਹਨੂੰ ਬਣਾ ਲਿਆ? ਮੰਦਰ ਮਿੱਟੀ ਸੰਦੜੇ, ਆ ਜਿਹੜੇ ਮਕਾਨ ਇਹਨਾਂ ਨੂੰ ਪੂੰਜੀ ਬਣਾ ਲਿਆ ਸੀ ਕਿ ਸਾਡੇ ਕੋਲ ਬੜੀ ਦੌਲਤ ਹੈ ਜੀ। ਅਸੀਂ ਮਿੱਟੀ ਦੀਆਂ ਜ਼ਮੀਨਾਂ ਨੂੰ ਆਪਣੀ ਪੂੰਜੀ ਬਣਾ ਲਿਆ, ਧਰਤੀ ਨੂੰ ਆਪਣੀ ਪੂੰਜੀ ਬਣਾ ਲਿਆ। ਸਤਿਗੁਰੂ ਜੀ ਕਹਿੰਦੇ ਭਾਈ ਮੈਂ ਤੇ ਇਦਾਂ ਉਗਣਾ ਵਾਲਾ ਹਾਂ, ਇਹ ਮਿੱਟੀ ਦੇ ਮੰਦਰਾਂ ਨੂੰ, ਇਹ ਮਕਾਨਾਂ ਨੂੰ, ਦੁਨੀਆ ਦੇ ਪਦਾਰਥਾਂ ਨੂੰ ਮੈਂ ਆਪਣੀ ਪੂੰਜੀ ਸਮਝ ਲਿਆ। ਪਰ ਅੱਜ ਤੱਕ ਉਹ ਮਕਾਨ ਕਦੀ ਕਿਸੇ ਦੇ ਨਾਲ ਨਹੀਂ ਗਿਆ। ਮਕਾਨ ਨੇ ਤਾਂ ਕੀ ਜਾਣਾ, ਸਰੀਰ ਵੀ ਕਦੀ ਕਿਸੇ ਦੇ ਨਾਲ ਨਹੀਂ ਜਾਂਦਾ। ਇਸ ਕਰਕੇ ਅਸੀਂ ਇਹਨਾਂ ਨੂੰ ਆਪਣੀ ਪੂੰਜੀ ਸਮਝ ਲਿਆ, ਇਹਨਾਂ ਨੂੰ ਆਪਣੀ ਦੌਲਤ ਸਮਝ ਲਿਆ। ਇਹ ਸਾਡੀ ਦੌਲਤ ਨਹੀਂ ਹੈ, ਇਹ ਸਾਡੀ ਪੂੰਜੀ ਨਹੀਂ ਹੈ। ਸਤਿਗੁਰੂ ਜੀ ਨੇ ਬਚਨ ਕਹੇ ਨੇ ਕਿ ਤੈਸੀ ਵਸਤ ਵਿਜਾਈਏ ਜੈਸੀ ਨਿਭ ਹੈ ਨਾਲ। ਉਹੋ ਜੀ ਵਸਤੂ ਵਿਆਜੀਏ ਜਿਹੜੀ ਸਾਡੇ ਨਾਲ ਨਿਭੇ। ਸਤਿਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਸਭ ਕੁਝ ਇਹ ਸ਼ਾਰ ਦੀ ਨਹੀਂ ਆਈ, ਸਵਾਹ ਦੀ ਨਹੀਂ ਹੈ, ਇਹ ਸਾਡੇ ਨਾਲ ਨਹੀਂ ਜਾ ਸਕਦੇ। ਓ ਇੰਨੀ ਟੋਲੀ ਭੁੱਲੀ ਅਸ ਤਿਸ ਕੰਤ ਨ ਬੈਠੀ ਪਾਸ ਜੀਓ। ਗੁਰੂ ਕੇ ਬਚਨ ਸਾਥ ਨ ਜਾਲੇ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਤਨਸਾਰ। ਸ੍ਰੇਸ਼ਟ ਜਿਹੜੀ ਸਾਡੀ ਪੂੰਜੀ ਸੀ ਉਹ ਵਾਹਿਗੁਰੂ ਜੀ ਦਾ ਸਿਮਰਨ ਸੀ। ਪਰ ਸਾਹਿਬ ਕਹਿੰਦੇ ਇੰਨੀ ਟੋਲੀ ਭੁੱਲੀ ਅਸੀਂ ਤੇ ਇੰਨਾ ਹੀ ਪਦਾਰਥਾਂ 'ਚ ਪੈ ਕੇ ਭੁੱਲ ਗਏ, ਰੱਬ ਨੂੰ ਭੁਲਾ ਦਿੱਤਾ। ਔਰ ਜ਼ਿੰਦਗੀ ਦੇ ਅੰਦਰ ਅਸੀਂ ਕਦੀ ਉਸ ਪਰਮਾਤਮਾ ਦੇ ਨਾਲ ਸਾਂਝ ਨਾ ਬਣਾਈ, ਕਦੀ ਉਹਦੇ ਪਿਆਰ 'ਚ ਨਾ ਜੁੜੇ, ਕਦੀ ਵਾਹਿਗੁਰੂ ਜੀ ਦਾ ਧੰਨਵਾਦ ਨਾ ਕੀਤਾ ਜਿਨੇ ਸਾਨੂੰ ਇੰਨੀਆਂ ਦਾਤਾਂ ਦਿੱਤੀਆਂ ਹਨ। ਅੰਬਰ ਕੁੰਜਾਂ ਕੁਰਲੀਆਂ ਬੱਗ ਬੈਠੇ ਆਏ ਜੀਓ। ਅੰਬਰ ਮੇਣਾ ਆਕਾਸ਼, ਕੁੰਜਾਂ। ਦੇਖੋ ਕੁੰਜਾਂ ਦਾ ਅਰਥ ਇੱਥੇ ਗੁਣ ਹੈ। ਜਦੋਂ ਜ਼ਿੰਦਗੀ ਦੇ ਅੰਦਰ ਗੁਣ ਨਹੀਂ ਹੋਣਗੇ, ਜਿਵੇਂ ਕੂੰਜਾਂ ਉੱਡਦੀਆਂ ਕੁਰਲ ਕੁਰਲ ਚਲੀਆਂ ਜਾਂਦੀਆਂ, ਸਾਡੀ ਜ਼ਿੰਦਗੀ 'ਚੋਂ ਗੁਣ ਚਲੇ ਗਏ ਤੇ ਬਾਕੀ ਕੀ ਹੋਏਗਾ? ਬੱਗ ਬੈਠੇ ਆਏ ਜੀਓ। ਬੱਗ ਦਾ ਅਰਥ ਪਖੰਡ। ਪਖੰਡੀ ਬੰਦੇ ਨੂੰ ਬਗਲੇ ਨਾਲ ਤੁਲਨਾ ਦਿੱਤੀ ਹੈ ਗੁਰਬਾਣੀ ਦੇ ਅੰਦਰ। ਜੇ ਅੰਦਰ ਗੁਣ ਨਹੀਂ ਹੈ ਫਿਰ ਅਸੀਂ ਪਖੰਡ ਕਰਾਂਗੇ। ਮੇਰੇ ਵਰਗਾ ਚਿੱਟੇ ਕੱਪੜੇ ਪਾ ਕੇ ਆਪਣੇ ਆਪ ਨੂੰ ਸੰਤ ਖਵਾਈ ਜਾਏਗਾ, ਅੰਦਰ ਗੁਣ ਨਹੀਂ ਹੈ। ਗੁਣ ਹੈ ਤੇ ਦੁਨੀਆ ਆਪਣੇ ਆਪ ਹੀ ਸਾਨੂੰ ਸੰਤ ਕਹੇਗੀ, ਵਡਿਆਈ ਕਰੇਗੀ, ਤਾਰੀਫ ਕਰੇਗੀ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜਦੋਂ ਜ਼ਿੰਦਗੀ ਅੰਦਰੋਂ ਗੁਣ ਕੂੰਜਾਂ ਵਾਂਗੂ ਚਲੇ ਗਏ, ਕੁਰਲ ਕਰਦੇ ਚਲੇ ਗਏ, ਤੇ ਬਾਕੀ ਸਿਰਫ ਬਖੰਡ ਰਹਿ ਜਾਏਗਾ, ਦਿਖਾਵਾ ਰਹਿ ਜਾਏਗਾ ਜੇ ਪੱਲੇ ਗੁਣ ਨਹੀਂ ਹੋਣਗੇ। ਮਹਾਂਪੁਰਖਾਂ ਨੇ ਦੇ ਅਰਥੇ ਵੀ ਕੀਤੇ ਨੇ ਕਿ ਜਦੋਂ ਸਾਡੇ ਕਾਲੇ ਕੇਸ ਚਲੇ ਜਾਂਦੇ ਨੇ ਤੇ ਧੌਲੇ ਵਾਲ ਆ ਜਾਂਦੇ ਨੇ। ਪਰ ਇੱਥੇ ਵਿਦਵਾਨਾਂ ਨੇ ਇਹ ਵੀ ਅਰਥ ਕੀਤੇ ਨੇ ਕਿ ਜਦੋਂ ਗੁਣ ਚਲੇ ਗਏ ਤੇ ਬਾਕੀ ਕੇਵਲ ਪਖੰਡੀ ਪੱਲੇ ਰਹਿੰਦੇ, ਦਿਖਾਵਾ ਪੱਲੇ ਰਹਿ ਜਾਂਦਾ ਹੈ। ਸਾ ਧਨ ਚੱਲੀ ਸਾਹੁਰਾ ਕਿਆ ਮੋਹ ਦੇਸੀ ਅੱਗੇ ਜਾਏ ਜੀਓ। ਧਨ ਦਾ ਅਰਥ ਹੈ ਇਸਤਰੀ। ਜਦੋਂ ਇਹ ਜੀਵ ਰੂਪੀ ਇਸਤਰੀ ਸਹੁਰੇ ਘਰ ਜਾਏਗੀ, ਪਰਿਵਾਰ ਜਾਏਗੀ, ਜੇ ਪੱਲੇ ਗੁਣ ਹੀ ਨਹੀਂ ਹੈ ਤੇ ਉੱਥੇ ਜਾ ਕੇ ਕੀ ਮੂੰਹ ਦਿਖਾਏਗੀ? ਕੇਵਲ ਲਿਬਾਸ ਦੇ ਨਾਲ ਪ੍ਰਸੰਨਤਾ ਨਹੀਂ ਲਈ ਜਾ ਸਕਦੀ। ਲਿਬਾਸ ਮੁਬਾਰਕ ਹੈ ਲੇਕਿਨ ਪੱਲੇ ਗੁਣ ਹੋਣਾ ਚਾਹੀਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ, ਨਹਿਰ ਕੁਵਾਰ ਕੰਨਿਆ ਲਾਡਲੀ ਕੈ ਜਾਨੀਅਤ ਵਿਆਹੇ ਸਸੁਰਾਰ ਜਾਏ ਗੁਣਨ ਕੈ ਮਾਨੀਏ। ਸਹੁਰੇ ਘਰ 'ਚ ਗੁਣਾ ਕਰਕੇ ਕਦਰ ਪੈਣੀ। ਇੱਥੇ ਅਸੀਂ ਵੱਡੇ ਘਰ 'ਚ, ਵੱਡੇ ਰੁਤਬੇ, ਤਾਂ ਸਾਡਾ ਬੜਾ ਮਾਣ ਸਤਿਕਾਰ ਹੈ, ਜੋ ਕੁਝ ਵੀ ਹੈ, ਲੇਕਿਨ ਵਾਹਿਗੁਰੂ ਜੀ ਦੇ ਦਰ ਤੇ ਗੁਣਾ ਕਰਕੇ ਕਦਰ ਪੈਣੀ ਹੈ। ਜੇ ਸਾਡੇ ਪੱਲੇ ਗੁਣ ਨਾ ਹੋਏ ਤੇ ਉੱਥੇ ਸਾਨੂੰ ਨਿਰਾਸ਼ ਹੋਣਾ ਪਵੇਗਾ। ਸੁੱਤੀ ਸੁੱਤੀ ਝਾਲ ਥੀਆ
ਭੁੱਲੀ ਵਾਟੜੀ ਆਸ ਜੀਓ। ਸਾਹਿਬ ਕਹਿੰਦੇ ਸੁੱਤਿਆਂ ਸੁੱਤਿਆਂ ਹੀ ਪਉ ਫਟਾਲਾ ਹੋ ਗਿਆ। ਝਾਲਥੀਏ ਦਾ ਅਰਥ ਹੈ ਕਿ ਸਵੇਰ ਹੋ ਗਈ, ਦਿਨ ਚੜ ਗਿਆ, ਚਿੱਟਾ ਦਿਨ ਚੜ ਗਿਆ। ਸੁੱਤਿਆਂ ਸੁੱਤਿਆਂ ਬੁਢੇਪਾ ਆ ਗਿਆ। ਮੋਹ ਮਾਇਆ 'ਚ ਅਸੀਂ ਸੁੱਤੇ ਰਹੇ, ਜ਼ਿੰਦਗੀ ਲੰਘ ਸਾਡੀ, ਬੁਢੇਪਾ ਆ ਗਿਆ। ਭੁੱਲੀ ਵਾਟੜੀ ਆਹ ਜੀਓ। ਹੁਣ ਸਾਰੀ ਜ਼ਿੰਦਗੀ ਤੇ ਰਸਤਾ ਭੁੱਲੇ ਰਹੇ ਆਪਾਂ, ਤੇ ਹੁਣ ਤੇ ਦਿਨ ਚੜ ਗਿਆ, ਭਾਵ ਬੁਢੇਪਾ ਆ ਗਿਆ, ਮੌਤ ਨੇੜੇ ਆ ਗਈ ਹੈ। ਹੁਣ ਮੌਤ ਸਿਰ ਤੇ ਹੋਏ। ਕੋਈ ਬੰਦਾ ਕਹਿ ਕੇ ਸਿਰ ਤੇ ਵੈਰੀ ਚੜ ਕੇ ਆ ਗਿਆ ਜੀ, ਮੈਨੂੰ ਹੁਣ ਬੰਦੂਕ ਚਲਾਉਣੀ, ਦੱਸੋ ਮੈਂ ਵੈਰੀ ਦਾ ਮੁਕਾਬਲਾ ਕਰਾਂ? ਹੋ ਸਕਦਾ ਕਦੀ? ਘਰ ਨੂੰ ਅੱਗ ਲੱਗ ਗਈ ਅੱਗ, ਕਹੋ ਜੀ ਖੂਹ ਪੇੜ ਦਿਓ, ਮੈਂ ਤੇ ਅੱਗ ਬੁਝਾਉਣੀ ਹੈ। ਖੂਹ ਪੁੱਟਿਆ ਜਾ ਸਕਦਾ ਹੈ? ਅਕਾਰਤ ਹੈ। ਹੁਣ ਸਿਰ ਤੇ ਜਮਦੂਤ ਖੜੇ ਹੋਣ, ਕਹੋ ਜੀ ਕੋਲ ਜੇ ਹੋ ਕੇ ਸੁਖਮਨੀ ਸਾਹਿਬ ਪੜੋ ਜਰਾ, ਇਹਦਾ ਡਰ ਦੂਰ ਹੋਏ। ਉਦੋਂ ਕਿਵੇਂ ਦੂਰ ਹੋਏਗਾ? ਸਾਰੀ ਜ਼ਿੰਦਗੀ ਤਾਂ ਬਾਣੀ ਸੁਣੀ ਨਹੀਂ, ਸਾਰੀ ਜ਼ਿੰਦਗੀ ਤੇ ਸੱਚ ਦੀ ਗੱਲ ਸੁਣੀ ਨਹੀਂ, ਪਾਪ ਕਮਾਉਂਦਾ ਰਿਹਾ। ਤੇ ਮਰਨ ਵੇਲੇ ਤੁਸੀਂ ਜਿੰਨਾ ਮਰਜ਼ੀ ਨੇੜੇ ਹੋ ਕੇ ਕਰ ਲਓ, ਮੁਬਾਰਕ ਹੈ ਪਾਠ ਕਰਨਾ ਉਸ ਵੇਲੇ, ਪਰ ਭਾਈ ਉਦੋਂ ਗੱਲ ਨਹੀਂ ਬਣਨੀ, ਉਹ ਤੇ ਪਹਿਲਾਂ ਗੁਰਬਾਣੀ ਨਾਲ ਜੁੜਨਾ ਪਏਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸੁੱਤਿਆਂ ਸੁੱਤਿਆਂ ਰਾਤ ਲੰਘ ਗਈ, ਚਿੱਟਾ ਦਿਨ ਭਾਵ ਮੌਤ ਆ ਗਈ ਸਿਰ ਤੇ। ਹੁਣ ਸਾਰੀ ਜ਼ਿੰਦਗੀ ਰਸਤਾ ਹੀ ਭੁੱਲੇ ਰਹੇ ਅਸੀਂ। ਤਸਾ ਨਾਲੋ ਮੁੱਤੀ ਅਸ ਦੁੱਖਾਂ ਕੋ ਧਰੀ ਆਸ ਜੀਓ। ਉਸ ਵਾਹਿਗੁਰੂ ਜੀ ਦੇ ਨਾਲੋਂ, ਪ੍ਰਭੂ ਨਾਲੋਂ ਤੇ ਅਸੀਂ ਟੁੱਟੇ ਹੀ ਰਹੇ, ਵਿਛੜੇ ਰਹੇ, ਕਿ ਹੁਣ ਜ਼ਿੰਦਗੀ ਅੰਦਰ ਦੁੱਖ ਹੀ ਸਾਡੀ ਜ਼ਿੰਦਗੀ ਅੰਦਰ ਪੱਲੇ ਪਏ ਹਨ। ਤੁਧ ਗੁਣ ਮੈਂ ਸਭ ਅਵਗਨਾ, ਇਕ ਨਾਨਕ ਕੀ ਅਰਦਾਸ ਜੀਓ। ਇਹ ਵਾਹਿਗੁਰੂ ਜੀਓ, ਮੇਰੀ ਆਪ ਜੀ ਦੇ ਚਰਨਾਂ 'ਚ ਨਾਨਕ ਦੀ ਇੱਕ ਅਰਦਾਸ ਹੈ ਕਿ ਤੁਹਾਡੇ ਕੋਲ ਗੁਣ ਹੀ ਗੁਣ ਨੇ, ਪਰ ਮੈਂ ਔਗਣਾਂ ਦੇ ਨਾਲ ਭਰਿਆ ਪਿਆ ਹਾਂ। ਸਭ ਰਾਤੀ ਸੁਹਾਗਣੀ, ਮੈਂ ਦੁਹਾਗਣ ਕਾਈ ਰਾਤ ਜੀਓ। ਇਹ ਵਾਹਿਗੁਰੂ ਜੀ, ਜੋ ਸੁਹਾਗਣੀਆਂ ਨੇ ਉਹ ਤੁਹਾਡੇ ਪਿਆਰ 'ਚ ਰੰਗੀਆਂ ਹੋਈਆਂ ਨੇ, ਉਹਨਾਂ ਨੇ ਤੁਹਾਡੇ ਪਿਆਰ ਨੂੰ ਮਾਣਿਆ ਹੈ, ਉਹਨਾਂ ਦੀਆਂ ਰਾਤਾਂ ਸੁਹੇਲੀਆਂ ਹੋ ਜਾਂਦੀਆਂ ਨੇ। ਪਰ ਮੈਂ ਦੁਹਾਗਣ ਖਾਈ ਰਾਤ ਜੀਓ, ਤੇ ਮੇਰੀ ਦੁਹਾਗਣ ਦੀ ਕਾਹਦੀ ਰਾਤ ਹੈ? ਦੁੱਖਾਂ 'ਚ ਰੋਂਦਿਆਂ ਕਰਲਾਉਂਦਿਆਂ ਰਾਤ ਕੱਢਣੀ ਇਹ ਕੋਈ ਜ਼ਿੰਦਗੀ ਨਹੀਂ ਹੈ। ਸਤਿਗੁਰੂ ਜੀ ਨੇ ਗੱਲ ਕੁਛ ਅੱਜੀ ਦੀ ਕਰਕੇ, ਜਿਸ ਕਰਕੇ ਅਸੀਂ ਦੁਖੀ, ਸਾਡਾ ਉਧਰ ਧਿਆਨ ਦਿਵਾਇਆ ਕਿ ਅਸੀਂ ਔਗੁਣਾਂ ਨਾਲ ਜੁੜੇ ਹਾਂ। ਗੁਣ ਗ੍ਰਹਿਣ ਕਰਨ ਦਾ ਤਰੀਕਾ ਹੈ ਕਿ ਰੱਬ ਨੇ ਜੋ ਦਾਤਾਂ ਦਿੱਤੀਆਂ ਨੇ, ਉਹਨਾਂ ਦਾਤਾਂ ਨੂੰ ਦੇਖਦਿਆਂ ਰੱਬ ਦਾ ਸ਼ੁਕਰਾਨਾ ਕਰੀਏ। ਜਿਉਂ-ਜਿਉਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਾਂਗੇ, ਉੱਧਰੋਂ ਅਸੀਂ ਮਹਾਨ ਬਣਾਂਗੇ, ਮਜ਼ਬੂਤ ਬਣਾਂਗੇ। ਗੁਰੂ ਚਰਨਾਂ 'ਚ ਅਰਦਾਸ ਕਰਨੀ, ਸਤਿਗੁਰੂ ਜੀ ਕਿਰਪਾ ਕਰਨ, ਇਹ ਬਚਨ ਸਾਡੇ ਹਿਰਦੇ 'ਚ ਵਸਣ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਗੁਰੂ ਰੂਪ ਸਾਧ ਸੰਗਤ ਦਾ, ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਮਾਨਯੋਗ ਸਿੰਘ ਸਾਹਿਬ ਜੀ ਦਾ ਧੰਨਵਾਦ। ਹੋਈਆਂ ਪੁੰਨਾਂ ਦੀ ਖਿਮਾ ਬਖਸ਼ ਦੇਣੀ। ਮਾਨਯੋਗ ਭਾਈ ਸਾਹਿਬ ਜੀ ਆਖਰੀ ਬਚਨ ਕਹਿ ਰਹੇ ਨੇ, ਸਰਵਣ ਕਰੋ ਜੀ। ਉਦ ਗੁਣ ਮੈਂ ਸਭ ਅਵਗਣਾ, ਇਕ ਨਾਨਕ ਕੀ ਅਰਦਾਸ ਜੀਓ। ਸਭ ਰਾਤੀ ਸੁਹਾਗਣੀ, ਮੈਂ ਦੁਹਾਗਣ ਕਾਈ ਰਾਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।